ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਸ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਆਪ ਬਖਸ਼ਿਸ਼ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝ ਹੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਜਨ ਕੀ ਟੇਕ ਹਰਿ ਨਾਮ। ਹਰ ਬਿਨ ਨਾਵੇ ਠਵਰ ਨਾ ਠਾਓ। ਗੁਰ ਮਤੀ ਨਾਉ ਮਨ ਵਸੈ। ਸਹਜੇ ਸਹਜ ਸਮਾਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਰੂਪ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1415 ਔਰ 16 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਉਹਦੇ ਵਿੱਚ ਮਾਲਕ ਨੇ ਰੱਬ ਦੇ ਪਿਆਰੇ ਰੱਬ ਦੇ ਸੇਵਕ ਦੀ ਜ਼ਿੰਦਗੀ ਦਾ ਜੋ ਸਹਾਰਾ ਹੈ, ਜੋ ਆਸਰਾ ਹੈ, ਉਹਦੀ ਗੱਲ ਕੀਤੀ। ਕਿਉਂਕਿ ਜਿਸ ਵੇਲੇ ਆਪਾਂ ਸੰਸਾਰ ਉੱਤੇ ਵਿਚਰਦੇ ਹਾਂ, ਜੋ ਸਮਾਜ ਵੱਲੋਂ ਮੰਨਿਆ ਗਿਆ ਉਹ 84 ਲੱਖ ਜੂਨਾਂ ਮੰਨੀਆਂ ਗਈਆਂ। ਇਹਨਾਂ 84 ਲੱਖ ਜੂਨਾਂ ਦੇ ਵਿੱਚ ਇੱਕ ਮਨੁੱਖਾ ਜਨਮ ਹੈ। ਹੁਣ ਇਹ 84 ਲੱਖ ਜੂਨਾਂ ਦੇ ਵਿੱਚੋਂ ਇੱਕ ਮਨੁੱਖ ਹੈ ਜਿਹਨੂੰ ਆਪਣੇ ਤੋਂ ਇਲਾਵਾ ਦੂਜੇ ਦਾ ਸਹਾਰਾ ਚਾਹੀਦਾ। ਨਾ ਕਿਸੇ ਬਨਸਪਤੀ ਨੂੰ, ਨਾ ਪੇੜ ਪੌਦੇ ਨੂੰ, ਨਾ ਪੰਛੀ ਨੂੰ, ਨਾ ਜਾਨਵਰ ਨੂੰ।
ਉਹ ਦੂਜੇ ਦੇ ਸਹਾਰੇ ਤੇ ਨਹੀਂ, ਉਹ ਅਕਾਲ ਪੁਰਖ ਦੇ ਸਹਾਰੇ ਤੇ ਜਿਉਂਦੇ ਨੇ। ਪਰ ਇੱਕ ਮਨੁੱਖ ਹੈ ਜਿਹੜਾ ਅਕਾਲ ਪੁਰਖ ਦੇ ਸਹਾਰੇ ਦੇ ਉੱਤੇ ਜਿਉਣ ਤੋਂ ਪਹਿਲਾਂ ਆਪਣੇ ਵਰਗਿਆਂ ਉੱਤੇ ਆਸ ਲਾ ਕੇ ਬਹਿੰਦਾ ਹੈ। ਇਨਸਾਨ ਹੈ ਜੋ ਜਨਮ ਲੈਂਦਿਆਂ ਇੱਕ ਆਸਰਾ ਲੈਂਦਾ, ਫਿਰ ਜਵਾਨੀ ਵਿੱਚ ਕਦਮ ਰੱਖਦਾ, ਜਵਾਨ ਹੁੰਦਾ, ਉਦੋਂ ਫਿਰ ਆਸਰਾ ਲੈਂਦਾ, ਉਦੋਂ ਫਿਰ ਸਹਾਰਾ ਲੈਂਦਾ। ਬਸ ਫਰਕ ਇੰਨਾ ਪੈਂਦਾ ਹੈ, ਬਚਪਨ ਵਿਚਲੇ ਸਹਾਰੇ ਕਿਸੇ ਹੋਰ ਢੰਗ ਦੇ ਸਨ, ਜਵਾਨੀ ਵਿੱਚ ਆ ਕੇ ਸਹਾਰਿਆਂ ਦਾ ਰੂਪ ਬਦਲ ਗਿਆ, ਬੁਢੇਪਾ ਆਇਆ, ਸਹਾਰੇ ਦਾ ਰੂਪ ਫਿਰ ਬਦਲਿਆ, ਪਰ ਸਹਾਰਾ ਨਹੀਂ ਛੱਡਿਆ। ਇਨਸਾਨ ਦਾ ਜੋ ਸੁਭਾਅ ਹੈ, ਇਹ ਇੱਕ ਆਸਰਾ ਬਚਪਨ ਵਿੱਚ ਲੈਂਦਾ, ਜਵਾਨੀ ਵੱਲ ਵੱਧਦਾ, ਸਹਾਰਾ ਨਹੀਂ ਛੱਡਿਆ, ਸਿਰਫ ਸਹਾਰੇ ਦਾ ਰੂਪ ਬਦਲਿਆ, ਬੁਢੇਪੇ ਵਿੱਚ ਆਇਆ, ਬਜ਼ੁਰਗੀ ਵਿੱਚ ਆਇਆ, ਤੇ ਇਹਨੇ ਸਹਾਰਾ ਅਜੇ ਵੀ ਨਹੀਂ ਤਿਆਗਿਆ, ਬਸ ਫਿਰ ਸਹਾਰੇ ਦਾ ਰੂਪ ਬਦਲ ਲਿਆ। ਜਿਵੇਂ ਬਚਪਨ ਸੀ ਤੇ ਸਹਾਰਾ ਕਿਸੇ ਖਿਡੌਣੇ ਦਾ, ਕਿਸੇ ਮਨੁੱਖ ਦਾ, ਮਾਂ-ਬਾਪ ਦੇ ਰੂਪ ਵਿੱਚ, ਭਰਾ ਭੈਣ ਦੇ ਰੂਪ ਵਿੱਚ ਸਹਾਰਾ ਲਿਆ। ਜਵਾਨੀ ਵਿੱਚ ਆਇਆ, ਸਹਾਰੇ ਦਾ ਰੂਪ ਬਦਲਿਆ, ਵਸਤੂਆਂ ਉੱਤੇ ਆਸਰਾ, ਵਸਤੂਆਂ ਉੱਤੇ ਸਹਾਰਾ, ਕਿਉਂਕਿ ਜਵਾਨੀ ਵਿੱਚ ਆ ਕੇ ਮਨੁੱਖ ਨੂੰ ਲੱਗਦਾ ਹੈ ਕਿ ਮੈਨੂੰ ਸਹਾਰਾ ਕਿਸੇ ਮਨੁੱਖ ਦਾ ਨਹੀਂ ਚਾਹੀਦਾ, ਮੈਂ ਖੁਦ ਬੜਾ ਬਲਵਾਨ ਆ। ਬੁਢੇਪੇ ਵਿੱਚ ਆਉਂਦਾ ਤੇ ਆ ਕੇ ਫਿਰ ਸਹਾਰਾ ਬਦਲ ਜਾਂਦਾ, ਹੁਣ ਲੱਗਣ ਲੱਗ ਜਾਂਦਾ ਵੀ ਮੇਰੇ ਪੁੱਤਰ ਧੀਆਂ ਮੇਰਾ ਆਸਰਾ ਬਣਨ, ਮੇਰਾ ਸਹਾਰਾ ਬਣਨ, ਮੈਂ ਉਹਨਾਂ ਦੇ ਸਹਾਰੇ ਤੇ ਜਿਵਾਂ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਜਿਹੜਾ ਜ਼ਿਕਰ ਕੀਤਾ, ਉਹ ਇੱਕ ਰੱਬ ਦੇ ਪਿਆਰੇ ਦਾ ਜ਼ਿਕਰ ਕੀਤਾ। ਹੁਣ ਹੈ ਉਹ ਵੀ ਮਨੁੱਖਾ ਜਨਮ ਵਿੱਚ ਬੈਠਾ, ਇਹ ਨਹੀਂ ਵੀ ਉਹਦੇ ਕੋਲ ਮਨੁੱਖਾ ਜਨਮ ਨਹੀਂ ਹੈ, ਤੇ ਜਿਹੜਾ ਉਹ ਮਨੁੱਖਾ ਜੀਵਨ ਵਿੱਚ, ਮਨੁੱਖਾ ਜਨਮ ਵਿੱਚ ਬੈਠਾ ਹੈ, ਉਹਦੇ ਕੋਲ ਮਨੁੱਖੀ ਸਰੀਰ ਹੈ। ਜੋ ਮਨੁੱਖੀ ਸਰੀਰ ਦੀਆਂ ਲੋੜਾਂ ਉਹ ਸਾਰੀਆਂ ਹੀ ਇੱਕੋ ਨੇ, ਚਾਹੇ ਕਿਸੇ ਦੀ ਕਾਇਆ ਹੋਵੇ, ਪਰ ਜੋ ਮਨੁੱਖੀ ਸਰੀਰ ਦੀ ਜ਼ਰੂਰਤ ਹੈ ਉਹ ਉਸੇ ਜ਼ਰੂਰਤ ਦੇ ਆਧਾਰ ਉੱਤੇ ਮਨੁੱਖ ਨੇ ਜੀਵਨ ਨੂੰ ਬਸਰ ਕਰਨਾ, ਬਤੀਤ ਕਰਨਾ। ਪਰ ਰੱਬੀ ਪਿਆਰੇ ਔਰ ਇੱਕ ਸੰਸਾਰੀ ਜੀਵ ਦੇ ਵਿੱਚ ਜ਼ਿੰਦਗੀ ਜਿਉਣ ਅੰਦਰ ਬੜਾ ਫਰਕ ਪੈ ਜਾਂਦਾ, ਜੀਵਨ ਜਿਉਣ ਵਿੱਚ ਬੜਾ ਡਿਫਰੈਂਸ, ਬੜੀ ਭਿੰਨਤਾ ਪੈ ਜਾਂਦੀ ਹੈ, ਕਿਉਂਕਿ ਸੰਸਾਰੀ ਜੀਵਨ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਕੁਝ ਹੋਰ ਹੈ ਤੇ ਰੱਬੀ ਪਿਆਰੇ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਕੁਝ ਹੋਰ ਹੈ। ਜਦੋਂ ਸੰਸਾਰੀ ਜੀਵਨ ਦੀ ਗੱਲ ਕਰਦੇ ਨੇ ਸਤਿਗੁਰੂ ਜੀ, ਉਦੋਂ ਮਾਲਕ ਦੀ ਬਾਣੀ ਅੰਦਰ ਜ਼ਿਕਰ ਕਰਦੇ, ਕਹਿੰਦੇ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਸੰਸਾਰੀ ਮਨੁੱਖ ਦਾ ਜੀਵਨ ਤੇ ਉਹਦੀ ਜ਼ਿੰਦਗੀ ਦਾ ਸਹਾਰਾ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਇਹ ਵੀ ਸੰਸਾਰੀ ਜੀਵਨ ਹੈ। ਹੁਣ ਅਲੱਗ-ਅਲੱਗ ਸਹਾਰੇ ਨਾ, ਕਿਸੇ ਨੇ ਮਿੱਤਰ ਨਾਲ, ਕਿਸੇ ਨਾਲ ਭਾਈ ਨਾਲ, ਕਿਸੇ ਨੇ ਸੁੱਤ ਨਾਲ ਧੜਾ ਕੀਤਾ, ਆਪਣਾ ਆਸਰਾ, ਆਪਣਾ ਸਹਾਰਾ ਬਣਾਇਆ, ਤੇ ਕਿਸੇ ਦਾ ਧੜਾ, ਕਿਸੇ ਦਾ ਸਹਾਰਾ, ਕਿਸੇ ਦਾ ਆਸਰਾ, ਕੁੜਮ ਸਕੇ ਨਾਲ ਜਵਾਈ। ਆ ਚੀਜ਼ਾਂ ਨੇ। ਫਿਰ ਸਤਿਗੁਰੂ ਕਹਿੰਦੇ ਕਈ ਜੀਵ ਐਸੇ ਵੀ ਨੇ ਜਿਹੜੇ ਸਾਕ ਤੇ ਸੰਬੰਧੀਆਂ ਤੇ ਭਰੋਸਾ ਨਹੀਂ ਰੱਖਦੇ, ਜਾਂ ਸਾਕ ਤੇ ਸੰਬੰਧੀਆਂ ਉੱਤੇ ਉਹਨਾਂ ਨੂੰ ਵਿਸ਼ਵਾਸ ਨਹੀਂ, ਕਿਉਂਕਿ ਉਥੋਂ ਆਸ ਨਹੀਂ ਹੈ। ਹੁਣ ਉਹਨਾਂ ਦੀ ਆਸ, ਜਿਹੜਾ ਤੀਜਾ ਕਨਸੈਪਟ ਸਤਿਗੁਰੂ ਜੀ ਨੇ ਦੱਸਿਆ, ਕਹਿੰਦੇ ਉਹਨਾਂ ਦੀ ਆਸ ਬਣ ਜਾਂਦੀ ਸੰਸਾਰ ਦੇ ਵਿੱਚ ਰਹਿੰਦੇ ਹੋਏ ਮਨੁੱਖ ਜਿਹੜੇ ਅਸਲ ਰਸੂਖ ਰੱਖਣ ਵਾਲੇ ਨੇ, ਜਿਹੜੇ ਅਹੁਦੇਦਾਰ ਨੇ,
ਉਹਨਾਂ ਦੇ ਉੱਤੇ ਆਸ ਵੱਜ ਜਾਂਦੀ ਤੇ ਮਾਲਕ ਕਹਿੰਦੇ ਕਿ ਸਹੀ ਧੜਾ ਕੀਆ ਸਿਕਦਾਰ ਚੌਧਰੀ ਆਪਣੇ ਸਵਾਈ, ਕਿਸੇ ਨੇ ਇਹਨਾਂ ਨਾਲ ਧੜਾ ਕੀਤਾ। ਹੁਣ ਇਹ ਤੇ ਹੈ ਸੰਸਾਰੀ ਜੀਵਨ, ਜਿਹੜੇ ਮਨੁੱਖਾਂ ਕੋਲ ਸੰਸਾਰੀ ਸਹਾਰਾ, ਕਿਸੇ ਨੇ ਪੁੱਤਰਾਂ ਦਾ, ਧੀਆਂ ਦਾ, ਕਿਸੇ ਨੇ ਕੁੜਮ ਦਾ, ਕਿਸੇ ਨੇ ਜਵਾਈ ਦਾ, ਕਿਸੇ ਨੇ ਸਿਕਦਾਰ ਮਤਲਬ ਵੱਡਾ ਸਰਦਾਰ, ਚੌਧਰੀ, ਕਿਸੇ ਨੇ ਚੌਧਰੀਆਂ ਦਾ ਸਹਾਰਾ ਲਿਆ। ਫਿਰ ਅਗਾਂਹ ਜਾ ਕੇ ਸਤਿਗੁਰੂ ਜੀ ਇੱਕ ਰੱਬੀ ਪਿਆਰੇ ਦੀ ਗੱਲ ਕਰਦੇ। ਫਿਰ ਮਾਲਕ ਕਹਿੰਦੇ ਹਮਰਾ ਧੜਾ ਹਰ ਰਹਿਆ ਸਮਾਈ, ਨਾ ਮੇਰਾ ਸਿਕਦਾਰ ਨਾਲ, ਨਾ ਚੌਧਰੀ ਨਾਲ, ਨਾ ਪੁੱਤਰਾਂ ਧੀਆਂ, ਨਾ ਕੁੜਮ ਤੇ ਨਾ ਜਵਾਈ, ਇਹਨਾਂ ਦਾ ਸਹਾਰਾ ਨਹੀਂ ਹੈ। ਮੈਨੂੰ ਸਹਾਰਾ ਤੇ ਕੇਵਲ ਮੇਰੇ ਅਕਾਲ ਪੁਰਖ ਪਰਮੇਸ਼ਵਰ ਦਾ, ਉਦੋਂ ਬਿਨਾ ਨਹੀਂ। ਜਦੋਂ ਸਹਾਰਿਆਂ ਦੀ ਗੱਲ ਕਰਦੇ ਆ ਨਾ, ਸੰਸਾਰ ਉੱਤੇ ਆਸਰੇ ਬਹੁਤ ਨੇ। ਇਹ ਨਹੀਂ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ 'ਚ ਆਸਰਿਆਂ ਦੀ, ਸਹਾਰਿਆਂ ਦੀ ਕਮੀ ਹੈ। ਸਹਾਰੇ ਬਹੁਤ ਨੇ, ਪਰ ਅਫਸੋਸ ਇਸ ਗੱਲ ਦਾ ਵੀ ਜਿੰਨੇ ਸਹਾਰੇ ਨੇ ਉਹ ਸਾਰੇ ਡਿੱਗ ਜਾਣ ਵਾਲੇ ਨੇ, ਉਹ ਸਾਰੇ ਹੀ ਢਹਿ ਜਾਣ ਵਾਲੇ, ਉਹ ਸਾਰੇ ਹੀ ਸਹਾਰੇ ਡੋਲ ਜਾਣ ਵਾਲੇ ਨੇ। ਬਸ ਇੱਕੋ ਹੀ ਸਹਾਰਾ, ਜਿੱਥੇ ਆ ਕੇ ਸਤਿਗੁਰੂ ਦੀ ਬਾਣੀ ਸਾਨੂੰ ਸਮਝਾ ਦਿੰਦੀ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਹੋ, ਜਿਸ ਦੇ ਸਹਾਰੇ ਉੱਤੇ ਹਰ ਜੀਵ ਆਸਾਨੀ ਨਾਲ ਰਹਿ ਸਕਦਾ ਹੈ, ਨਹੀਂ ਤੇ ਦੁਨੀਆ ਦਾ ਹਰ ਸਹਾਰਾ ਹਿੱਲ ਜਾਣ ਵਾਲਾ। ਇਸੇ ਕਰਕੇ ਜਦੋਂ ਅਰਦਾਸ ਕੀਤੀ ਤੇ ਮਾਲਕ ਜੀ ਨੇ ਬਾਣੀ ਵਿੱਚ ਸਮਝਾਇਆ, ਕਹਿੰਦੇ ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਰੱਬ ਜੀ ਤੁਹਾਡਾ ਸਹਾਰਾ ਤੇ ਐਸਾ, ਤੁਸੀਂ ਡੋਲਦਿਆਂ ਨੂੰ ਵੀ ਰੱਖ ਲੈਂਦੇ ਹੋ। ਤੇ ਜਦੋਂ ਸੰਸਾਰੀ ਸਹਾਰਿਆਂ ਦੀ ਗੱਲ ਆਵੇ, ਇੱਥੇ ਤੇ ਟਿਕਿਆ ਟਿਕਾਇਆ ਡੋਲ ਜਾਂਦਾ, ਮਨੁੱਖਾਂ ਦੇ ਆਸ ਉੱਤੇ ਬੈਠਾ ਹੋਇਆ। ਜਿੰਨਾ ਚਿਰ ਸਹਾਰੇ ਤੇ ਖੜੋਤਾ ਹੈ, ਮਨੁੱਖੀ ਜੀਵਨ ਨੂੰ ਕਿਤੇ ਫਰੋਲ ਕੇ ਵੇਖੋ, ਦਿਨ ਰਾਤ ਕਈ ਚਿੰਤਾਵਾਂ ਐਸੀਆਂ ਜਿਹੜੀਆਂ ਮਨੁੱਖ ਦੇ ਹਿਰਦੇ 'ਚ ਬਣੀਆਂ ਰਹਿੰਦੀਆਂ। ਤੇ ਉਹ ਚਿੰਤਾਵਾਂ ਕਿਉਂ ਨੇ? ਕਿਉਂਕਿ ਮਨੁੱਖ ਦੇ ਸਹਾਰੇ ਤੇ ਬੈਠਾ ਹੈ। ਇਸੇ ਕਰਕੇ ਚਿੰਤਾਵਾਂ ਸਹੇੜ ਕੇ ਬੈਠਾ। ਉਹਨਾਂ ਕਾਰਜਾਂ ਨੂੰ ਲੈ ਕੇ ਕਦੇ ਮਨ 'ਚ ਚਿੰਤਾ ਨਹੀਂ ਆਈ, ਜਿਸ ਕਾਰਜ ਉੱਤੇ ਅਸੀਂ, ਜਿਸ ਕਾਰਜ ਨੂੰ ਕਰਨ ਲੱਗਿਆਂ ਭਰੋਸਾ ਗੁਰੂ ਤੇ ਰੱਬ ਤੇ ਕਰ ਲਈਏ, ਕਦੇ ਚਿੰਤਾ ਨਹੀਂ ਆਈ। ਮਨੁੱਖ ਉੱਤੇ ਭਰੋਸਾ ਰੱਖ ਕੇ ਕੀਤਾ ਹੋਇਆ ਕਾਰਜ, ਜਾਂ ਮਨੁੱਖ ਉੱਤੇ ਰੱਖ ਕੇ ਵਿਸ਼ਵਾਸ ਫਿਰ ਕਾਰਜ ਨੂੰ ਆਰੰਭਿਆ, ਉਸ ਕਾਰਜ ਦੀ ਹਰ ਵੇਲੇ ਚਿੰਤਾ ਬਣੀ ਰਹਿੰਦੀ, ਕਿਤੇ ਮੁੱਕਰ ਹੀ ਨਾ ਜਾਏ। ਜਿਸ ਮਨੁੱਖ ਉੱਤੇ ਭਰੋਸਾ ਰੱਖਿਆ, ਜਿਸ ਮਨੁੱਖ ਉੱਤੇ ਵਿਸ਼ਵਾਸ ਰੱਖਿਆ, ਉਸ ਮਨੁੱਖ ਉੱਤੇ ਭਰੋਸਾ ਕਰਕੇ ਵੀ ਸਾਡਾ ਮਨ ਹਰ ਵਕਤ ਇੱਕ ਡਰ, ਇੱਕ ਸਹਿਮ ਦੇ ਅੰਦਰ ਹੈ, ਕਿਤੇ ਆ ਸਾਡੇ ਨਾਲੋਂ ਕਿਸੇ ਪ੍ਰਕਾਰ ਦਾ ਫਰੇਬ, ਸਾਡੇ ਨਾਲ ਕਿਸੇ ਪ੍ਰਕਾਰ ਦਾ ਛਲ ਨਾ ਕਰ ਜਾਏ, ਉਹ ਚਿੰਤਾ ਬਣੀ ਹੋਈ। ਪਰ ਜਦੋਂ ਇੱਕ ਭਰੋਸਾ ਅਕਾਲ ਪੁਰਖ ਉੱਤੇ ਅਰਦਾਸ ਆਪਾਂ ਕਰਦੇ ਹਾਂ, ਵੇਖੋ ਇੱਕ ਬੇਨਤੀ ਅਸੀਂ ਮਨੁੱਖ ਅੱਗੇ ਕੀਤੀ, ਇੱਕ ਬੇਨਤੀ ਅਸੀਂ ਗੁਰੂ ਅੱਗੇ, ਰੱਬ ਅੱਗੇ ਕੀਤੀ। ਹੁਣ ਜਿਹੜੀ ਬੇਨਤੀ ਅਸੀਂ ਮਨੁੱਖ ਅੱਗੇ ਕੀਤੀ ਹੈ ਨਾ, ਉਸ ਬੇਨਤੀ ਨੂੰ ਲੈ ਕੇ ਸਾਡੇ ਮਨ 'ਚ ਕਈ ਚਿੰਤਾਵਾਂ ਨੇ। ਪਤਾ ਨਹੀਂ ਉਹਨੇ ਕਾਰਜ ਕਰਨਾ ਕਿ ਨਹੀਂ ਕਰਨਾ। ਵੀ ਮੈਂ ਆਪਣੇ ਜਾਣੇ ਤੇ ਉਹਦੇ ਅੱਗੇ ਅਰਜ਼ੋਈ ਕਰ ਆਇਆ, ਮੈਂ ਆਪਣੇ ਜਾਣੇ ਉਹਦੇ ਅੱਗੇ ਬੇਨਤੀ ਵੀ ਕਰ ਆਇਆ, ਉਹਦੇ ਅੱਗੇ ਰਿਕੁਐਸਟ ਕਰ ਆਇਆ ਵੀ ਮੇਰਾ ਆ ਕਾਰਜ ਹੈ ਜੀ, ਤੁਸੀਂ ਇਸ ਕਾਰਜ ਨੂੰ ਕਿਤੇ ਨੇਪਰੇ ਚੜਾ ਦਿਓ, ਇਹ ਕਾਰਜ ਸੰਪੂਰਨ ਕਰ ਦਿਓ। ਮਨੁੱਖ ਅੱਗੇ ਤੇ ਮੈਂ ਅਰਜ਼ੋਈ ਕਰ ਆਇਆ। ਤੇ ਇੱਕ ਅਰਦਾਸ ਮੈਂ ਗੁਰੂ ਚਰਨਾਂ ਵਿੱਚ ਕੀਤੀ ਹੈ। ਹੁਣ ਦੋਵੇਂ ਬੇਨਤੀਆਂ, ਇੱਕ ਬੇਨਤੀ ਮਨੁੱਖ ਅੱਗੇ ਕੀਤੀ ਤੇ ਇੱਕ ਬੇਨਤੀ ਮੈਂ ਗੁਰੂ ਅੱਗੇ ਕੀਤੀ ਜਾਂ ਰੱਬ ਅੱਗੇ ਕੀਤੀ। ਮਨੁੱਖ ਅੱਗੇ ਕੀਤੀ ਹੋਈ ਬੇਨਤੀ ਨੂੰ ਸਾਡੇ ਦਿਮਾਗ 'ਚ ਬੜੀ ਵਾਰੀ ਘੁੰਮਣਾ, ਸਾਡੇ ਹਿਰਦੇ 'ਚ ਬੜੀ ਤਰ੍ਹਾਂ ਦੇ ਸਵਾਲ ਉੱਠਣਗੇ। ਪਤਾ ਨਹੀਂ ਉਹਨੇ ਕਿਹਦੀ ਗੱਲ ਸੁਣ ਲੈਣੀ, ਕਿਹਦੀ ਬਾਤ ਸੁਣ ਕੇ ਉਹਨੇ ਮੇਰਾ ਕਾਰਜ ਕਰਨ ਤੋਂ ਮੁੱਕਰ ਜਾਣਾ, ਮੁਨਕਰ ਹੋ ਜਾਣਾ। ਕੀ ਪਤਾ ਉਹਨੇ ਕਿਹੜੇ ਗੱਲ ਤੋਂ, ਕਿਸ ਕਾਰਜ ਤੋਂ ਮੇਰੇ ਨਾਲ ਵਿਗੜ ਜਾਣਾ। ਹਰ ਵਕਤ ਇੱਕ ਚਿੰਤਾ ਬਣੀ। ਪਰ ਜਿਹੜੀ ਅਰਦਾਸ ਗੁਰੂ ਅੱਗੇ ਕੀਤੀ, ਉੱਥੇ ਆ ਕੇ ਇਹ ਚਿੰਤਾਵਾਂ ਨਹੀਂ ਰਹਿੰਦੀਆਂ।
ਉੱਥੇ ਕੋਈ ਚਿੰਤਾ ਨਹੀਂ। ਉੱਥੇ ਪਤਾ ਵੀ ਜੇ ਮੈਂ ਅਰਦਾਸ ਕੀਤੀ ਹੈ ਤੇ ਜੇ ਮੇਰੇ ਗੁਰੂ ਨੇ ਅਰਦਾਸ ਪ੍ਰਵਾਨ ਕਰ ਲਈ ਜਾਂ ਮੇਰੀ ਕੀਤੀ ਹੋਈ ਅਰਦਾਸ ਮੇਰੇ ਹਿਰਦੇ ਵਿੱਚੋਂ ਹੋਈ, ਮੇਰੇ ਅਰਦਾਸ ਦੇ ਬੋਲ ਮੇਰੇ ਮਨ ਕਰਕੇ ਮੈਂ ਆਪਣੇ ਹਿਰਦੇ ਕਰਕੇ ਗੁਰੂ ਅੱਗੇ ਰੱਖੇ ਹੋਏ, ਤੇ ਜੇ ਗੁਰੂ ਅਰਦਾਸ ਪ੍ਰਵਾਨ ਲਈ, ਫਿਰ ਦੁਨੀਆ ਦਾ ਕੋਈ ਇਨਸਾਨ ਨਹੀਂ, ਇਨਸਾਨ ਤੇ ਛੱਡੋ, ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਮੁੜ ਕੇ ਉਸ ਕਾਰਜ ਨੂੰ ਰੋਕ ਸਕਦੀ ਹੋਵੇ। ਮਨੁੱਖ ਤੇ ਐਸਾ ਭਰੋਸਾ ਨਹੀਂ ਵੱਜਦਾ, ਮਨੁੱਖ ਤੇ ਐਸੀ ਆਸ ਨਹੀਂ ਵੱਜਦੀ। ਤੇ ਸਤਿਗੁਰੂ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਜਨ ਕੀ ਟੇਕ, ਰੱਬ ਦੇ ਸੇਵਕ ਦੀ ਟੇਕ, ਹਰ ਨਾਮ, ਉਹਦਾ ਨਾਮ, ਅਕਾਲ ਪੁਰਖ ਪਰਮੇਸ਼ਵਰ ਦੀ ਯਾਦ, ਉਹਦਾ ਚਿੰਤਨ, ਹਰ ਬਿਨ ਨਾਮੇ ਠਵਰ ਨਾ ਠਾਉ, ਉਹਨਾਂ ਕੋਲ ਰੱਬ ਦੇ ਨਾਮ ਤੋਂ ਬਿਨਾ ਥਾਂ ਹੀ ਕੋਈ ਨਹੀਂ ਜਿਹਦੇ ਕੋਲ ਜਾ ਕੇ ਉਹ ਸਹਾਰਾ ਤੇ ਆਸਰਾ ਲੱਭਣ। ਉਹਨਾਂ ਸਹਾਰਾ ਲਿਆ ਤੇ ਜ਼ਿੰਦਗੀ 'ਚ ਆਸਰਾ ਹੀ ਅਕਾਲ ਪੁਰਖ ਦਾ ਤੱਕਿਆ। ਜੇ ਉਹਨਾਂ ਸਹਾਰਾ ਲਿਆ ਤੇ ਜੀਵਨ ਵਿੱਚ ਸਹਾਰਾ ਤੱਕਿਆ ਹੀ ਪਰਮੇਸ਼ਵਰ ਦਾ, ਹੋਰ ਕਿਸੇ ਦਾ ਆਸਰਾ ਹੀ ਨਹੀਂ ਤੱਕਿਆ। ਜਿਹਨੂੰ ਮਾਲਕ ਜੀ ਬਾਣੀ 'ਚ ਕਹਿੰਦੇ, ਮੈਂ ਮਨ ਤੇਰੀ ਟੇਕ ਪਿਆਰੇ, ਮੈਂ ਮਨ ਤੇਰੀ ਟੇਕ। ਰੱਬ ਜੀ ਮੇਰੇ ਮਨ ਅੰਦਰ ਤੇ ਸਹਾਰਾ ਹੀ ਤੇਰਾ, ਕਿਸੇ ਹੋਰ ਦਾ ਆਸਰਾ ਹੀ ਕੋਈ ਨਹੀਂ। ਕਿਉਂਕਿ ਸਹਾਰਾ ਮੈਂ ਤੱਕਾਂ ਕਿਹਦਾ, ਆਸਰਾ ਤੱਕਾਂ ਕਿਹਦਾ, ਜਿਸ ਦਾ ਵੀ ਆਸਰਾ ਤੱਕਦਾ ਆ ਨਾ, ਉਹ ਆਪਣੇ ਸਵਾਏ ਨਾਲ ਭਰਿਆ ਹੋਇਆ, ਆਪਣੇ ਮਤਲਬ ਨਾਲ ਭਰਿਆ। ਸਹਾਰਾ ਰੱਖਾਂ ਕਿਹਦੇ ਤੇ? ਜੇ ਮੈਂ ਸਹਾਰਾ ਰੱਖਦਾ ਤੇ ਸੰਸਾਰ ਦੇ ਕਈ ਆਸਰੇ ਵੇਖ ਕੇ ਪੈਰਲਲ ਰੱਖ ਕੇ ਵੇਖੋ, ਜਿਹਦੇ ਅੱਗੇ ਵੀ ਸਹਾਰਾ ਰੱਖਿਆ, ਜਿਹਦੇ ਉੱਤੇ ਵੀ ਭਰੋਸਾ ਰੱਖਿਆ, ਉਹ ਸਾਰੇ ਆਪਣੇ ਸਵਾਏ ਮਿਲਾਸਾ, ਸਾਰੇ ਆਪਣੇ ਮਤਲਬ ਨੂੰ ਮਿਲੇ। ਤੇ ਇੱਕ ਗੁਰੂ ਹੈ ਜਿਹੜਾ ਬਿਨਾਂ ਮਤਲਬ ਤੋਂ ਆ ਕੇ ਸਾਨੂੰ ਮਿਲਦਾ। ਇਹਨੇ ਕਦੇ ਮਤਲਬ ਥੋੜੀ ਰੱਖਿਆ। ਗੁਰੂ ਨਾਨਕ ਸਾਹਿਬ ਦਾ ਜੀਵਨ ਵੇਖੋ, ਮਾਲਕ ਜੀ ਨੇ ਪ੍ਰਚਾਰਕ ਫੇਰੀਆਂ ਕੀਤੀਆਂ, ਜਿਨ੍ਹਾਂ ਨੂੰ ਆਪਾਂ 4 ਉਦਾਸੀਆਂ ਵੀ ਕਹਿੰਦੇ ਆ, ਪ੍ਰਚਾਰਕ ਫੇਰੀਆਂ ਕਿਹਾ ਜਾਂਦਾ। ਅਲੱਗ-ਅਲੱਗ ਸਥਾਨਾਂ ਦੇ ਉੱਤੇ ਸੀ ਸਾਰੀਆਂ। ਇੱਕ ਕਰਦੇ ਹਿੰਦੂ ਵੀਰਾਂ ਦੇ ਤੀਰਥ ਸਥਾਨਾਂ ਵੱਲ, ਫਿਰ ਇੱਕ ਉਦਾਸੀ ਸਤਿਗੁਰੂ ਜੀ ਨੇ ਕੀਤੀ ਮੱਕੇ ਮਦੀਨੇ ਵਾਲੀ ਧਰਤੀ ਵਾਲੇ ਪਾਸੇ, ਇੱਕ ਉਦਾਸੀ ਸਤਿਗੁਰੂ ਸੁਮੇਰ ਪਰਬਤ ਵਾਲੇ ਪਾਸੇ ਕਰਦੇ, ਇੱਕ ਉਦਾਸੀ ਫਿਰ ਸਤਿਗੁਰੂ ਪਾਤਸ਼ਾਹ ਕਰਤਾਰਪੁਰ ਸਾਹਿਬ ਰਹਿੰਦਿਆਂ ਹੋਇਆਂ ਨੇੜੇ ਨੇੜੇ ਦੇ ਇਲਾਕਿਆਂ ਵਿੱਚ 2-2, 250-250 ਮੀਲ ਤੱਕ ਦੇ ਇਲਾਕਿਆਂ 'ਚ ਕਰਦੇ। ਬੇਅੰਤ ਮਨੁੱਖਾਂ ਨਾਲ ਮੇਲ ਗੁਰੂ ਨਾਨਕ ਸਾਹਿਬ ਦਾ ਹੋਇਆ। ਪਰ ਇੱਕ ਵੀ ਮਨੁੱਖ ਜਾਂ ਇਤਿਹਾਸ ਦਾ ਪੰਨਾ ਇਹ ਨਹੀਂ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਕਿਸੇ ਕੋਲ ਗਏ ਤੇ ਉੱਥੇ ਮਤਲਬ ਰੱਖ ਕੇ ਗਏ। ਇੱਕ ਵੀ ਇਤਿਹਾਸ ਦਾ ਪੰਨਾ, ਇਤਿਹਾਸ ਦਾ ਇੱਕ ਅੱਖਰ ਵੀ ਜਿਹੜਾ ਨਾ, ਉਹ ਇਹ ਨਹੀਂ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਗਏ ਤੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਸਿੱਖ ਕੋਲੋਂ ਕੁਝ ਮੰਗਿਆ ਜਾਂ ਮਤਲਬ ਰੱਖਿਆ ਹੋਵੇ। ਸਗੋਂ ਬਾਪੂ ਨਾਨਕ ਜੀ ਜਦੋਂ ਚੱਲ ਕੇ ਜਾਂਦੇ ਨੇ, ਉਹ ਜਿਹੜਾ ਬੁਲਾਉਣ ਵਾਲਾ, ਸੱਦਣ ਵਾਲਾ ਨਾ, ਉਹ ਬਾਬੇ ਨਾਨਕ ਤੋਂ ਕਈ ਆਸਾਵਾਂ ਲਾ ਕੇ ਬੈਠਾ। ਇਹਨੂੰ ਸੌਖਾ ਜਿਹਾ ਕਰਦਾ, ਕਿਤੇ ਇਤਿਹਾਸ ਦੇ ਪੰਨੇ ਫਰੋਲਿਓ। ਗੁਰੂ ਨਾਨਕ ਸਾਹਿਬ ਜਿੰਨਿਆਂ ਨੂੰ ਵੀ ਮਿਲੇ ਨਾ, ਉਹ ਸਾਰੇ ਉਹ ਹੀ ਸਨ ਜਿਨ੍ਹਾਂ ਨੂੰ ਸਮਾਜ ਵੱਲੋਂ ਦੁਰਕਾਰਿਆ ਹੋਇਆ ਸੀ, ਜਿਨ੍ਹਾਂ ਨੂੰ ਸਮਾਜ ਨੇ ਇਹ ਕਹਿ ਕੇ ਆਪਣੇ ਤੋਂ ਵੱਖ ਕਰਤਾ ਵੀ ਤੇਰਾ ਤੇ ਸਾਡਾ ਮੇਲ ਕੋਈ ਨਹੀਂ, ਤੂੰ ਬੜਾ ਨੀਵਾਂ ਤੇ ਅਸੀਂ ਬਹੁਤ ਉੱਚੇ ਆ, ਤੈਨੂੰ ਸਾਂਭਣ ਵਾਲਾ ਕੋਈ ਨਹੀਂ ਤੇ ਸਾਡੇ ਕੋਲ ਸਾਨੂੰ ਸਾਂਭਣ ਵਾਲਿਆਂ ਦੀ ਗਿਣਤੀ ਬਹੁਤ ਹੈ, ਤੈਨੂੰ ਕਿਹਨੇ ਸਾਂਭਣਾ? ਜਿਨ੍ਹਾਂ ਦਾ ਆਰਥਿਕ ਪੱਖ ਬਹੁਤ ਕਮਜ਼ੋਰ ਹੈ, ਬਾਬੇ ਨਾਨਕ ਨੇ ਉਹਨਾਂ ਦੇ ਗ੍ਰਹਿ ਵਿਖੇ ਚਰਨ ਪਾਏ। ਹਾਂ, ਕੋਈ ਟਾਵਾਂ ਹੋ ਸਕਦਾ, ਵਿਰਲਾ ਹੋ ਸਕਦਾ ਜਿਹੜਾ ਹਿਰਦੇ 'ਚ ਵਿਸ਼ਾਲ ਪ੍ਰੇਮ ਲੈ ਕੇ ਬੈਠਾ ਤੇ ਬਾਬੇ ਨਾਨਕ ਨੂੰ ਚੇਤਾ ਕਰ ਰਿਹਾ ਹੋਵੇ।
ਕੁਝ ਹੈਨ ਵੀ ਐਸੇ ਸ਼ਖਸ, ਕਿਉਂਕਿ ਜਦੋਂ ਰਾਜੇ ਸ਼ਿਵਨਾਭ ਦੀ ਗੱਲ ਕਰਾਂਗੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਨਾਨਕ ਸਾਹਿਬ ਰਾਜਿਆਂ ਨੂੰ ਨਹੀਂ ਮਿਲੇ। ਇਸੇ ਲਈ ਮੈਂ ਲਫ਼ਜ਼ ਵਰਤੇ ਕਿ ਕੁਝ ਸ਼ਖਸ ਐਸੇ ਵੀ ਨੇ ਜਿਨ੍ਹਾਂ ਦਾ ਆਰਥਿਕ ਪੱਖ ਮਜ਼ਬੂਤ ਹੈ, ਪਰ ਉਹ ਹਿਰਦੇ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਪ੍ਰੀਤ ਤੇ ਪ੍ਰੇਮ ਲੈ ਕੇ ਬੈਠੇ। ਉਹ ਇਹ ਆਸ ਲੈ ਕੇ ਬੈਠੇ ਨੇ ਕਿ ਗੁਰੂ ਨਾਨਕ ਸਾਹਿਬ ਆਉਣਗੇ, ਬਾਬੇ ਨਾਨਕ ਕੋਲੋਂ ਸਾਨੂੰ ਬਹੁਤ ਪ੍ਰਸੰਨਤਾਵਾਂ, ਬੜੀਆਂ ਖੁਸ਼ੀਆਂ ਮਿਲਣਗੀਆਂ। ਉਹ ਇਹ ਆਸ ਨਹੀਂ ਲੈ ਕੇ ਬੈਠੇ ਕਿ ਗੁਰੂ ਨਾਨਕ ਸਾਹਿਬ ਆਉਣਗੇ ਤੇ ਅਸੀਂ ਬਾਬੇ ਨਾਨਕ ਨੂੰ ਦੇਵਾਂਗੇ। ਨਹੀਂ, ਇੱਕ ਸ਼ਖਸ ਦਾ ਇਤਿਹਾਸ ਵਿੱਚ ਜ਼ਿਕਰ ਆਇਆ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਗਏ ਤੇ ਉਹਦਾ ਆਰਥਿਕ ਹਾਲਾਤ ਬਹੁਤ ਜ਼ਿਆਦਾ ਕਮਜ਼ੋਰ ਹੈ। ਆਰਥਿਕ ਹਾਲਾਤ ਐਸੇ ਵੀ ਉਹ ਹੱਥੀਂ ਕਿਰਤ ਕਰਦਾ ਹੈ ਤੇ ਉਹ ਕਿਰਤ ਕਰਕੇ ਜਿਸ ਦਿਨ ਤੇ ਉਹਨੂੰ ਉਹਦੀ ਕਿਰਤ ਬਦਲੇ ਕੁਝ ਧਨ ਮਿਲ ਜਾਂਦਾ ਤੇ ਉਹਦੇ ਘਰ ਦਾ ਗੁਜ਼ਾਰਾ, ਰੋਜ਼ੀ ਰੋਟੀ, ਪ੍ਰਸ਼ਾਦਾ ਪਾਣੀ ਬਣ ਜਾਂਦਾ। ਤੇ ਜਿਸ ਦਿਨ ਉਹਦੀ ਕਿਰਤ ਦਾ ਉਹਨੂੰ ਧਨ ਨਹੀਂ ਮਿਲਦਾ, ਉਸ ਦਿਨ ਘਰ 'ਚ ਸ਼ਾਇਦ ਪ੍ਰਸ਼ਾਦਾ ਵੀ ਨਾ ਬਣਦਾ ਹੋਵੇ। ਹਾਲਾਤ ਐਸੇ ਕਰਦੇ। ਗੁਰੂ ਨਾਨਕ ਸਾਹਿਬ ਉਸ ਸ਼ਖਸ ਕੋਲ ਗਏ ਔਰ ਉਸੇ ਇਲਾਕੇ ਵਿੱਚ ਸੱਦਣ ਵਾਲਾ ਕੋਈ ਹੋਰ ਹੈ, ਪਰ ਜਾਣ ਵਾਲੇ ਗੁਰੂ ਨਾਨਕ ਸਾਹਿਬ ਕਿਸੇ ਹੋਰ ਦੇ ਘਰ 'ਚ। ਮੈਂ ਜ਼ਿਕਰ ਭਾਈ ਲਾਲੋ ਔਰ ਮਲਕ ਭਾਗੋ ਦਾ ਕਰਨ ਲੱਗਿਆ। ਸੱਦ ਮਲਕ ਭਾਗੋਂ ਰਿਹਾ, ਪਰ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰੇ ਜਾ ਰਹੇ। ਮਲਕ ਭਾਗੋ ਕੋਲ ਧਨ ਦੀ ਕਮੀ ਕੋਈ ਨਹੀਂ, ਉੱਤੇ ਗੁਰੂ ਨਾਨਕ ਸਾਹਿਬ ਨੂੰ ਛਕਾਉਣ ਵਾਸਤੇ ਭੋਜਨ ਵੀ 36 ਪ੍ਰਕਾਰ ਦੇ ਤਿਆਰ ਕਰਕੇ ਬੈਠਾ ਵੀ ਆਉਣਗੇ ਤੇ ਮੈਂ ਆਪਣੇ ਧਨ ਦਾ ਦਾਅਵਾ ਕਰਕੇ ਵਿਖਾਵਾਂਗਾ ਕਿ ਮੈਂ ਬੜਾ ਅਮੀਰ ਹਾਂ। ਹੈ ਤੇ ਇਹੀ ਸੀ ਨਾ। ਬ੍ਰਹਮ ਭੋਜ ਰੱਖਣ ਦਾ ਕਾਰਨ ਕੀ ਸੀ? ਵੀ ਮੈਂ ਉੱਚ ਜਾਤੀਆਂ ਵਾਲਿਆਂ ਨੂੰ ਭੋਜਨ ਛਕਾਵਾਂ ਤੇ ਛਕਾ ਕੇ ਭੋਜਨ ਮੈਂ ਆਪਣੀ ਅਮੀਰੀ ਦਾ ਪ੍ਰਗਟਾਵਾ ਕਰਾਂ ਵੀ ਮੈਂ ਬਹੁਤ ਅਮੀਰ ਹਾਂ। ਤੇ ਗੁਰੂ ਨਾਨਕ ਸਾਹਿਬ ਕੋਲ ਜਦੋਂ ਆਇਆ ਤੇ ਮਾਲਕ ਪਾਤਸ਼ਾਹ ਨੇ ਇਨਕਾਰ ਕਰਤਾ ਵੀ ਨਹੀਂ ਸੱਜਣਾ, ਤੇਰੇ ਕੋਲ ਨਹੀਂ ਆਉਣਾ। ਹੁਣ ਸੁਭਾਵਕ ਜਿਹੀ ਗੱਲ ਹੈ ਵੀ ਅਸਲ ਰਸੂਖ ਰੱਖਦਾ ਹੋਵੇ ਨਗਰ 'ਚ, ਉਹਨੂੰ ਸਿੱਧਾ ਇਨਕਾਰ ਕਰ ਦੇਣਾ, ਅਗਲੇ ਦੀ ਤੇ ਹੰਕਾਰ ਨੂੰ ਠੇਸ ਵੱਜਣੀ ਹੈ ਨਾ। ਵੀ ਇਹ ਕੀ ਹੋ ਗਿਆ? ਹੁਣ ਜਦੋਂ ਹਉਮੈ ਨੂੰ ਵੱਜੀ ਠੋਕਰ ਤੇ ਉਹ ਤੁਸੀਂ ਕਿਉਂ ਨਹੀਂ ਚੱਲ ਕੇ ਆਉਣਾ? ਮੇਰੇ ਘਰ 'ਚ 36 ਪ੍ਰਕਾਰ ਦੇ ਭੋਜਨ ਨੇ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਪਦਾਰਥ ਨੇ, ਮੇਰਾ ਮਹੱਲ ਬੜਾ ਵਧੀਆ। ਆ ਤੁਸੀਂ ਭਾਈ ਲਾਲੋ ਦੇ ਘਰੇ ਰੁਕੇ ਹੋ ਤੇ ਇਹਦੇ ਘਰ 'ਚ ਤੇ ਭੋਜਨ ਵੀ ਨਹੀਂ ਪੱਕਦਾ। ਇਹ ਤੇ ਗਰੀਬ ਬਹੁਤ ਹੈ। ਤੇ ਸਤਿਗੁਰੂ ਨਾਨਕ ਸਾਹਿਬ ਨੇ ਆਖਿਆ ਹੀ ਹੋਣਾ ਨਾ ਵੀ ਮਲਕ ਭਾਗੋ, ਮੈਨੂੰ ਤੇਰੇ ਨਾਲੋਂ ਵੱਧ ਗਰੀਬ ਨਹੀਂ ਲੱਗਿਆ ਇਹ, ਤੂੰ ਬਹੁਤ ਗਰੀਬ ਹੈ। ਜਿੰਨਾ ਅਮੀਰ ਭਾਈ ਲਾਲੋ ਹੈ ਨਾ, ਤੂੰ ਚਾਹ ਕੇ ਵੀ ਇੰਨੀ ਅਮੀਰੀ ਹਾਸਲ ਨਹੀਂ ਕਰ ਸਕਦਾ। ਹੁਣ ਹੈਰਾਨੀ ਤੇ ਇਸ ਗੱਲ ਦੀ ਹੈ ਵੀ ਵੇਖਣ ਵਾਲੇ ਜਿੰਨੇ ਨੇ, ਸੁਣਨ ਵਾਲੇ ਜਿੰਨੇ ਨੇ, ਉਹ ਸਾਰੇ ਹੀ ਹੈਰਾਨ ਵੀ ਭਾਈ ਲਾਲੋ ਦੇ ਘਰੇ ਤੇ ਭੋਜਨ ਨਹੀਂ ਪੱਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਅਮੀਰ ਬੜਾ ਏ ਤੇ ਆ ਜਿਹੜਾ 36 ਪ੍ਰਕਾਰ ਦੇ ਭੋਜਨ ਬਣਾ ਬਣਾ ਕੇ ਕਈਆਂ ਨੂੰ ਖਵਾਈ ਜਾਂਦਾ, ਸਾਰੇ ਨਗਰ ਨੂੰ ਛਕਾਈ ਜਾਂਦਾ, ਉਹਨੂੰ ਕਹਿੰਦੇ ਵੀ ਤੇਰੇ ਵਰਗਾ ਗਰੀਬ ਕੋਈ ਨਹੀਂ। ਔਰ ਉਸ ਜਗ੍ਹਾ ਦੇ ਉੱਤੇ ਫਿਰ ਸਵਾਲ ਵੀ ਤੇ ਹੋਏ ਹੋਣਗੇ ਨਾ ਵੀ ਬਾਬਾ ਅਸੀਂ ਕਿਵੇਂ ਮੰਨ ਲਈਏ ਵੀ ਅਸੀਂ ਤੇ ਆਪਣੀਆਂ ਅੱਖਾਂ ਨਾਲ ਕੁਝ ਹੋਰ ਵੇਖ ਰਹੇ, ਅਸੀਂ ਤੇ ਅੱਖਾਂ ਨਾਲ ਇਹ ਵੇਖ ਰਹੇ ਹਾਂ ਵੀ ਭਾਈ ਲਾਲੋ ਗਰੀਬ ਹੈ, ਮਲਕ ਭਾਗੂ ਅਮੀਰ ਹੈ। ਤੇ ਸਤਿਗੁਰੂ ਕਹਿੰਦੇ ਵੀ ਤੁਸੀਂ ਅੱਖਾਂ ਨਾਲ ਵੇਖਿਆ ਤੇ ਬਾਹਰੀ ਸਵਰੂਪ ਵੇਖਿਆ,
ਪਰ ਜਿਸ ਸਵਰੂਪ ਦੀ ਤੇ ਜਿਸ ਹਾਲਾਤ ਦੀ ਵਰਣਨ ਵਖਿਆਨ ਮੈਂ ਕਰ ਰਿਹਾ, ਤੁਸੀਂ ਉਸ ਹਾਲਾਤ ਨੂੰ ਵੇਖਿਆ ਨਹੀਂ, ਕਿਉਂਕਿ ਮਲਕ ਭਾਗੋ ਇੰਨਾ ਗਰੀਬ ਹੈ, ਇਹ ਲੋਕਾਂ ਨੂੰ ਲੁੱਟ-ਲੁੱਟ ਕੇ ਆਪਣੀ ਅਮੀਰੀ ਵਧਾਉਣਾ ਚਾਹੁੰਦਾ, ਏਦਾਂ ਗਰੀਬ ਹੈ। ਤੇ ਭਾਈ ਲਾਲੋ ਇੰਨਾ ਅਮੀਰ ਹੈ, ਇਹਦੇ ਕੋਲ ਭਾਵੇਂ ਦੇਣ ਨੂੰ ਕੁਛ ਹੈ ਭਾਵੇਂ ਨਹੀਂ, ਪਰ ਇਹ ਫਿਰ ਵੀ ਮਨ ਵਿੱਚ ਦੇਣ ਦੀ ਆਸ ਰੱਖ ਕੇ ਬੈਠਾ ਵੀ ਜੇ ਕੋਈ ਲੋੜਵੰਦ ਆਵੇ ਤੇ ਮੈਂ ਇਹਨੂੰ ਦੇ ਸਕਾਂ। ਇਹਦੇ ਵਰਗੀ ਅਮੀਰੀ ਕਿੱਥੇ? ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਰੱਬੀ ਪਿਆਰਿਆਂ ਨੂੰ ਸਹਾਰਾ ਆਸਰਾ ਸਿਰਫ ਰੱਬ ਦਾ। ਬਾਕੀ ਜਿੰਨੇ ਆਪਾਂ ਮਨੁੱਖਾਂ ਦੀ ਗੱਲ ਕਰਾਂਗੇ ਸਾਰੇ ਦੇ ਸਾਰੇ ਆਪਣੇ ਸਵਾਏ ਤੇ ਆਪਣੇ ਮਤਲਬ ਵਾਸਤੇ। ਇੱਕ ਗੁਰੂ ਹੈ, ਇੱਕ ਅਕਾਲ ਪੁਰਖ ਹੈ ਜਿਹੜਾ ਬਿਨਾਂ ਮਤਲਬ ਤੋਂ ਸਾਨੂੰ ਆਪਣਾ ਸਹਾਰਾ ਆਸਰਾ ਦਿੰਦਾ। ਉਹ ਸਾਨੂੰ ਸਹਾਰਾ ਦਿੰਦਾ, ਸਾਨੂੰ ਉਹਦੇ ਤੱਕ ਵੀ ਬਹੁਤ ਮਤਲਬ ਹੈ, ਪਰ ਰੱਬ ਨੂੰ ਸਾਡੇ ਤੱਕ ਕੋਈ ਮਤਲਬ ਨਹੀਂ। ਗੁਰੂ ਨੂੰ ਸਾਡੇ ਤੱਕ ਕੋਈ ਮਤਲਬ ਨਹੀਂ। ਇਹ ਨਹੀਂ ਵੀ ਗੁਰੂ ਸਾਹਿਬ ਨਾਲ ਅਸੀਂ ਪ੍ਰੇਮ ਬਣਾਵਾਂਗੇ ਤੇ ਸਤਿਗੁਰੂ ਨੇ ਸਾਡੇ ਕੋਲੋਂ ਆਪਣੀਆਂ ਕਈ ਜ਼ਰੂਰਤਾਂ ਪੂਰੀਆਂ ਕਰਾਉਣੀਆਂ ਜਾਂ ਸਤਿਗੁਰੂ ਨੇ ਆਪਣੇ ਕਈ ਕਾਰਜ ਸਾਡੇ ਤੋਂ ਕਰਵਾਉਣੇ। ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਾਂ ਗੁਰੂ ਕੇ ਘਰ ਅੰਦਰ ਕੋਈ ਕਾਰਜ ਐਸਾ ਨਹੀਂ ਜਿਹੜਾ ਕਦੇ ਰੁਕਿਆ ਹੋਵੇ। ਇੱਥੇ ਇੱਕ ਨਹੀਂ ਕਰੇਗਾ, ਹਜ਼ਾਰਾਂ ਕਰਨ ਵਾਲੇ ਖੜੋਤੇ। ਗੁਰੂ ਕਦੇ ਆਪਣੇ ਕਾਰਜ ਵਾਸਤੇ ਸਾਨੂੰ ਆਪਣਾ ਨਹੀਂ ਬਣਾਉਂਦਾ। ਅਸੀਂ ਭਾਵੇਂ ਆਪਣਾ ਪ੍ਰੇਮ ਆਪਣੇ ਮਤਲਬ ਲਈ ਜੋੜ ਲਈਏ ਵੀ ਮੈਂ ਗੁਰੂ ਨਾਲ ਲੱਗ ਜਾਂ ਤੇ ਸ਼ਾਇਦ ਮੈਨੂੰ ਆਹ ਕੁਝ ਮਿਲ ਜਾਏ। ਅਸੀਂ ਉਦੋਂ ਵੀ ਆਪਣਾ ਮਤਲਬ ਅੱਗੇ ਰੱਖਿਆ, ਗੁਰੂ ਨਾਲ ਪ੍ਰੇਮ ਬਣਾਉਣ ਲੱਗਿਆਂ ਵੀ ਆਪਣਾ ਮਤਲਬ ਅੱਗੇ ਰੱਖਿਆ। ਸ਼ਾਇਦ ਅਸੀਂ ਨਿਸ਼ਕਾਮ ਹੋ ਕੇ ਆਪਣਾ ਪ੍ਰੇਮ ਬਣਾਉਂਦੇ, ਆਸਾਵਾਂ ਛੱਡ ਕੇ ਆਪਣਾ ਪ੍ਰੇਮ ਬਣਾਉਂਦੇ ਤੇ ਸਾਡੀ ਜ਼ਿੰਦਗੀ ਜਿਉਣ ਦੇ ਹਾਲਾਤ ਕੁਝ ਹੋਰ ਹੁੰਦੇ। ਪਰ ਅਸੀਂ ਪ੍ਰੇਮ ਬਣਾਇਆ ਫਿਰ ਵੀ ਆਸਾਵਾਂ ਲਾ ਕੇ ਹੀ ਬਣਾਇਆ ਵੀ ਜੇ ਮੈਂ ਗੁਰੂ ਨਾਲ ਜੁੜਦਾ ਤੇ ਮੈਨੂੰ ਆਹ ਕੁਝ ਮਿਲਣਾ ਚਾਹੀਦਾ ਹੈ। ਤੇ ਰੱਬੀ ਪਿਆਰਾ ਉਹ ਜਦੋਂ ਵੀ ਅਕਾਲ ਪੁਰਖ ਪਰਮੇਸ਼ਵਰ ਨਾਲ ਆਪਣਾ ਆਪਾ ਜੋੜਦਾ ਤੇ ਉਦੋਂ ਇਹ ਗੱਲ ਆਖਦੇ, ਸਤਿਗੁਰੂ ਜੀ ਕਹਿੰਦੇ ਉਹਦੀ ਹਾਲਾਤ ਐਸੇ ਬਣ ਜਾਂਦੇ, ਹਰ ਬਿਨ ਨਾਵੇਂ ਠੌਰ ਨਾ ਠਾਉ। ਉਹਨਾਂ ਦੇ ਕੋਲ ਰੱਬ ਦੇ ਨਾਮ ਤੋਂ ਬਿਨਾ ਕੋਈ ਟਿਕਾਣਾ ਹੀ ਨਹੀਂ ਰਹਿ ਜਾਂਦਾ। ਉਹ ਤੇ ਹਰ ਵਕਤ ਆਪਣੇ ਜੀਅਰੇ ਨੂੰ ਸੰਬੋਧਨ ਕਰਕੇ ਕਹਿੰਦੇ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਵਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਉਹ ਤੇ ਹਰ ਵਕਤ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਸਹਾਰੇ ਉੱਤੇ, ਉਹਦੇ ਆਸਰੇ ਦੇ ਉੱਤੇ, ਉਹਦੀ ਟੇਕ ਉੱਤੇ ਜਿਉਂਦੇ। ਉਹ ਤੇ ਇਹ ਆਖਦੇ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਰੱਬ ਜੀ ਤੇਰਾ ਨਾਮ ਮੇਰਾ ਏਦਾਂ ਸਹਾਰਾ ਜਿਵੇਂ ਫੁੱਲ ਨੂੰ ਜਿਉਂਦਿਆਂ ਰਹਿਣ ਵਾਸਤੇ ਪਾਣੀ ਦਾ ਆਸਰਾ। ਮੈਂ ਤੇ ਏਦਾਂ ਜਿਉਣਾ ਤੇਰੇ ਸਹਾਰੇ ਤੇ। ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਰੱਬ ਦੇ ਨਾਮ ਦਾ ਸਹਾਰਾ ਤੇ ਆਸਰਾ ਤੱਕਿਆ, ਫਿਰ ਗੁਰੂ ਸਾਹਿਬ ਕਹਿੰਦੇ ਗੁਰਮਤੀ ਨਾਉ ਮਨ ਵਸੈ। ਇਹ ਸਾਰੇ ਦੀ ਸਾਰੀ ਖੇਡ ਉਦੋਂ ਬਣਦੀ ਜਦੋਂ ਗੁਰੂ ਦੀ ਮੱਤ ਅਸੀਂ ਧਾਰਨ ਕਰ ਲਈਏ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਈਏ, ਆਪਣੇ ਜੀਵਨ 'ਚ ਵਸਾ ਲਈਏ। ਫਿਰ ਨਾਉ ਮਨ ਵਸੈ, ਫਿਰ ਰੱਬੀ ਨਾਮ ਰੱਬੀ ਚਿੰਤਨ ਜਿਹੜਾ ਉਹ ਸਾਡੇ ਮਨ ਵਿੱਚ ਵਸਦਾ, ਸਹਿਜੇ ਸਹਿਜ ਸਮਾਓ। ਫਿਰ ਸੁਤੇ ਸਿੱਧ ਹੀ ਜੀਵ ਅਡੋਲ ਅਵਸਥਾ ਵਿੱਚ ਪਹੁੰਚ ਜਾਂਦਾ, ਜਿੱਥੇ ਆ ਕੇ ਸਿਰਫ ਇੱਕ ਆਸਰਾ, ਇੱਕ ਸਹਾਰਾ ਬਣ ਜਾਂਦਾ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਪੜ੍ਹੋਗੇ ਨਾ ਤੇ ਉਦੋਂ ਮਾਲਕ ਜੀ ਆਖਦੇ, ਮਾਲਕ ਪਰਮੇਸ਼ਵਰ ਜੀ ਮੈਂ ਆਪਣੇ ਜੀਵਨ ਵਿੱਚ ਨਾ ਇੱਕ ਪਰਖ ਕਰਕੇ ਵੇਖੀ। ਬਹੁਤ ਸਹਾਰੇ ਸੀ, ਬੜੇ ਆਸਰੇ, ਪਰ ਜਦੋਂ ਵੀ ਜਿਹਦੇ ਕੋਲੋਂ ਵੀ ਸਹਾਰਾ ਮੰਗਿਆ ਨਾ, ਨਿਰਾਸ਼ਤਾ ਝੋਲੀ ਪਈ, ਸੰਗ ਸਖਾ ਸਭ ਤਜ ਗਏ। ਕਉ ਨਾ ਨਿਭਿਓ ਸਾਥ। ਜਿਸ ਕੋਲੋਂ ਵੀ ਸਹਾਰਾ ਮੰਗਿਆ ਨਾ ਉਹ ਸਾਰੇ ਹੀ ਤਜਦੇ ਹੀ ਗਏ, ਛੱਡਦੇ ਹੀ ਗਏ, ਕੋਈ ਆਸਰਾ ਦੇਣ ਨੂੰ ਤਿਆਰ ਹੀ ਨਹੀਂ ਹੋਇਆ। ਹਾਲਾਂਕਿ ਆਪਾਂ ਜੇ ਆਪਣੇ ਜੀਵਨਾਂ ਦੀ ਵੀ ਗੱਲ ਕਰੀਏ ਨਾ
ਤੇ ਮਨਾਂ ਵਿੱਚ ਅਸੀਂ ਕਈਆਂ ਤੋਂ ਆਸ਼ਾਵਾਂ ਲਾ ਕੇ ਬੈਠੇ ਹੋਵਾਂਗੇ ਵੀ ਆਹ ਕਾਰਜ ਕਰਨਾ ਤੇ ਮੈਂ ਇਹਨੂੰ ਕਹਿ ਦੇਣਾ, ਇਹ ਕਾਰਜ ਕਰਨਾ ਤੇ ਮੈਂ ਫਲਾਣੇ ਇਨਸਾਨ ਕੋਲ ਜਾ ਕੇ ਆਖ ਦਾਂਗਾ ਮੇਰਾ ਕਾਰਜ ਸਵਰ ਜਾਣਾ। ਪਰ ਅਸੀਂ ਆਪਣੇ ਮਨ ਵਿੱਚ ਸੋਚ ਕੇ ਬੈਠੇ ਆ, ਜਿਸ ਪਰਸਨ ਪ੍ਰਤੀ ਸੋਚ ਕੇ ਬੈਠੇ ਆ, ਸਾਨੂੰ ਇਹ ਨਹੀਂ ਪਤਾ ਵੀ ਉਹ ਸਾਡੇ ਪ੍ਰਤੀ ਇਦਾਂ ਦਾ ਸੋਚਦਾ ਕਿ ਨਹੀਂ ਸੋਚਦਾ, ਪਰ ਅਸੀਂ ਸੋਚ ਕੇ ਬੈਠੇ ਆ। ਇਹ ਨਾ ਹੋਵੇ ਅਸੀਂ ਸੋਚ ਕੇ ਵਿਚਾਰ ਕੇ ਉਹਦੇ ਕੋਲ ਜਾ ਕੇ ਜਦੋਂ ਕਾਰਜ ਬਣੇ ਅਸੀਂ ਆਖੀਏ ਤੇ ਅਗਲਾ ਹੱਥ ਖੜੇ ਕਰਕੇ ਵਿਖਾ ਦੇ ਵੀ ਸੱਜਣਾ ਨਹੀਂ, ਮੈਂ ਨਹੀਂ ਤੇਰਾ ਕਾਰਜ ਕਰ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਜਦੋਂ ਐਸਾ ਕਰਮ ਆਣ ਬਣਿਆ ਨਾ, ਤੇ ਜਦੋਂ ਵੀ ਕਿਸੇ ਦੇ ਸਹਾਰੇ ਮਦਦ ਦੀ ਬਾਤ ਆਈ ਤੇ ਮਦਦ ਕਿਸੇ ਕੋਲੋਂ ਮੰਗੀ, ਉਦੋਂ ਆਹੀ ਵੇਖਣਾ ਪਿਆ ਸੰਗ ਸਖਾ ਸਭ ਤਜ ਗਏ, ਕੋਊ ਨਾ ਨਿਭਿਓ ਸਾਥ। ਤੇ ਹੁਣ ਬਚਿਆ ਕੀ? ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਇੱਕ ਰਘੁਨਾਥ ਦੀ ਟੇਕ ਬਚੀ, ਅਕਾਲ ਪੁਰਖ ਦੀ ਟੇਕ ਬਚੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਪਾਵਨ ਬਚਨ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ। ਮਾਲਕ ਪਾਤਸ਼ਾਹ ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ। ਰੱਬ ਜੀ ਹੁਣ ਤੇਰਾ ਆਸਰਾ ਰਹਿ ਗਿਆ, ਬਾਕੀ ਤੇ ਸਾਰੇ ਛੱਡ ਗਏ। ਜਦੋਂ ਰੱਬ ਦਾ ਆਸਰਾ ਰਹਿ ਗਿਆ, ਫਿਰ ਅਗਲੇ ਪਾਵਨ ਬਚਨਾਂ 'ਚ ਕਹਿੰਦੇ ਬਲ ਹੋਆ। ਪਤਾ ਨਹੀਂ ਹੁਣ ਬਲ ਆਇਆ ਕਿੱਥੋਂ ਹੈ, ਮੈਨੂੰ ਇੰਨਾ ਪਤਾ ਵੀ ਮੈਂ ਰੱਬ ਅੱਗੇ ਰੱਬ ਤੇ ਓਟ ਰੱਖੀ ਸੀ ਬਸ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਕਹੋ ਨਾਨਕ ਸਭ ਕਿਛ ਤੁਮਰੇ ਹਾਥ ਮੈਂ। ਗੱਲ ਤੇ ਇੱਥੇ ਆ ਕੇ ਹੀ ਮੁੱਕ ਜਾਂਦੀ ਨਾ। ਸਭ ਕੁਛ ਤੁਮਰੇ ਹੱਥ ਮੈਂ, ਜਦੋਂ ਹੈ ਹੀ ਰੱਬ ਜੀ ਸਾਰਾ ਕੁਝ ਤੇਰੇ ਹੱਥ 'ਚ, ਫਿਰ ਅਸੀਂ ਆਸਰਾ ਕਿਸੇ ਹੋਰ ਦਾ ਕਿਉਂ ਤੱਕਣਾ, ਸਹਾਰਾ ਕਿਸੇ ਹੋਰ ਦਾ ਕਿਉਂ ਤੱਕਣਾ। ਕਹੋ ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਤੇ ਜਿਹਦਾ ਸਹਾਇਕ ਰੱਬ ਤੂੰ ਬਣ ਜਾਏ ਨਾ, ਉਹਨੂੰ ਕਿਸੇ ਮਨੁੱਖ ਦੇ ਸਹਾਰੇ ਦੀ ਕੀ ਲੋੜ ਹੈ, ਉਹਨੂੰ ਕਿਸੇ ਮਨੁੱਖ ਦੀ ਮਦਦ ਦੀ ਕੀ ਜ਼ਰੂਰਤ ਹੈ, ਜਾਂ ਕਿਸੇ ਦੂਜੇ ਦੀ ਸਹਾਇਤਾ ਕਿਉਂ ਲਏਗਾ। ਰੱਬ ਜੀ ਜਿਹਨੂੰ ਸਹਾਇਤਾ ਦੇਣ ਵਾਲੇ ਤੁਸੀਂ ਬਣ ਜਾਓ, ਜਿਹਦਾ ਸਹਾਰਾ ਤੁਸੀਂ ਬਣ ਜਾਓ, ਤੇ ਜਿਹੜਾ ਆਸਰਾ ਤੁਹਾਡਾ ਆਪਣੇ ਜੀਵਨ 'ਚ ਲੈ ਲਏ, ਉਹਨੂੰ ਕਿਸੇ ਮਨੁੱਖ ਦੇ ਸਹਾਰੇ ਤੇ ਮਦਦ ਦੀ ਕੀ ਜ਼ਰੂਰਤ ਹੈ। ਫਿਰ ਸਾਰੇ ਦੇ ਸਾਰੇ ਕਾਰਜ ਤੇ ਤੁਸੀਂ ਆਪ ਹੀ ਸਵਾਰੀ ਜਾਂਦੇ ਹੋ। ਮਨੁੱਖ ਉੱਤੇ ਆਸਰਾ ਕੀ ਕਰਨਾ, ਮਨੁੱਖ ਦਾ ਸਹਾਰਾ ਕੀ ਕਰਨਾ। ਮਾਲਕ ਕਹਿੰਦੇ ਗੁਰਮਤੀ ਨਾਉ ਮਨ ਵਸੈ, ਗੁਰੂ ਦੀ ਮੱਤ ਸਦਕਾ ਰੱਬ ਦਾ ਨਾਮ, ਉਹਦਾ ਚਿੰਤਨ ਹਿਰਦੇ ਵਿੱਚ ਮਨ ਵਿੱਚ ਵਸਦਾ, ਸਹਿਜੇ ਸਹਿਜ ਸਮਾਓ। ਤੇ ਫਿਰ ਜਦੋਂ ਰੱਬੀ ਨਾਮ ਹਿਰਦੇ 'ਚ ਵਸ ਜਾਂਦਾ, ਉਦੋਂ ਜੀਵ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ। ਵਡ ਭਾਗੀ ਨਾਮ ਧਿਆਇਆ, ਅਹਨਸ ਲਾਗਾ ਪਾਓ। ਨਾਮ ਧਿਆਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜਦੋਂ ਮਨੁੱਖਾਂ ਦੀ ਹਾਲਤ ਜਾਂ ਆਪਾਂ ਖੁਦ ਆਪਣੇ ਮਨਾਂ ਦੀ ਪੜਚੋਲ ਕਰਕੇ ਵੇਖੀਏ ਨਾ, ਇਹਦੇ 'ਚ ਕੋਈ ਅਤ ਕਥਨੀ ਨਹੀਂ ਕਿ ਇੱਕ ਮਨੁੱਖ ਰੱਬੀ ਯਾਦ ਵਿੱਚ ਜੁੜ ਕੇ ਬੈਠਣਾ ਚਾਹੁੰਦਾ ਹੈ। ਇਹਦੇ 'ਚ ਕੋਈ ਝੂਠ ਨਹੀਂ ਤੇ ਕੋਈ ਦੋਰਾਵਾਂ ਵੀ ਨਹੀਂ। ਪਰ ਜਿਹੜਾ ਵੀ ਮਨੁੱਖ ਜੁੜ ਕੇ ਬੈਠਣਾ ਚਾਹੁੰਦਾ ਨਾ, ਉਹਦੀ ਇੱਕ ਕਮਜ਼ੋਰੀ ਹੈ, ਉਹ ਜਦੋਂ ਜੁੜ ਕੇ ਬੈਠਣ ਲੱਗਦਾ ਉਹਦਾ ਮਨ ਭਟਕਣ ਲੱਗ ਜਾਂਦਾ। ਮਤਲਬ ਜਦੋਂ ਵੀ ਕੋਈ ਰੱਬੀ ਯਾਦ 'ਚ ਜੁੜਨਾ ਚਾਹੁੰਦਾ ਹੈ, ਉਦੋਂ ਮਨ ਭਟਕਣ ਲੱਗ ਜਾਂਦਾ। ਤੇ ਜਦੋਂ ਮਨ ਭਟਕਣ ਲੱਗ ਜਾਂਦਾ, ਅਕਸਰ ਮਨੁੱਖ ਉਦੋਂ ਛੱਡ ਦਿੰਦਾ ਹੈ ਵੀ ਨਹੀਂ, ਮੇਰੇ ਵੱਸ ਤੋਂ ਬਾਹਰ ਹੈ ਰੱਬੀ ਯਾਦ 'ਚ ਜੁੜ ਕੇ ਬਹਿਣਾ। ਅਕਸਰ ਇਸੇ ਤਰ੍ਹਾਂ ਹੁੰਦਾ। ਕਿਤੇ ਸੰਸਾਰ 'ਚ ਵਿਚਰ ਕੇ ਵੇਖੋ, ਹਰ ਮਨੁੱਖ ਜਿਹੜਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਨਾ, ਰੱਬ ਨੂੰ ਮੰਨਣ ਵਾਲਾ, ਮੈਂ ਆਸਤਿਕ ਮਨੁੱਖ ਦੀ ਗੱਲ ਕਰਨ ਲੱਗਿਆ, ਨਾਸਤਿਕ ਦੀ ਨਹੀਂ। ਜਿਹੜਾ ਮੰਨਦਾ ਹੀ ਨਹੀਂ ਹੈ, ਉਹਨੇ ਜੁੜਨਾ ਵੀ ਕੀ।
ਜਿਹੜਾ ਧਰਮ ਦੀ ਦੁਨੀਆ ਨੂੰ ਮੰਨਦਾ, ਧਰਮ ਨੂੰ ਜਿਹੜਾ ਮੰਨਦਾ, ਉਹ ਆਪਣੇ ਆਪਣੇ ਧਰਮ ਮੁਤਾਬਕ ਆਪਣੇ ਅੱਲਾ, ਆਪਣੇ ਭਗਵਾਨ, ਆਪਣੇ ਪਰਮੇਸ਼ਵਰ, ਆਪਣੇ ਪ੍ਰਭੂ ਦੀ ਯਾਦ 'ਚ ਜੁੜ ਕੇ ਬਹਿਣਾ ਚਾਹੁੰਦਾ ਹੈ। ਪਰ ਕਮਜ਼ੋਰੀ ਇਹ ਹੈ ਕਿ ਮਨ ਟਿਕਦਾ ਨਹੀਂ, ਮਨ ਉਸ ਵਕਤ ਇੱਕ ਜਗ੍ਹਾ ਤੇ ਸਥਿਰਤਾ ਹਾਸਲ ਨਹੀਂ ਕਰਦਾ, ਤੇ ਉਦੋਂ ਜਦੋਂ ਸਥਿਰ ਮਨ ਨਹੀਂ ਹੁੰਦਾ, ਮਨੁੱਖ ਰੱਬੀ ਯਾਦ 'ਚੋਂ ਉੱਠ ਜਾਂਦਾ। ਜਿਵੇਂ ਆਪਾਂ ਆਪਣੇ ਧਰਮ ਮੁਤਾਬਕ ਵੇਖੀਏ ਤੇ ਆਪਾਂ ਹੱਥ 'ਚ ਗੁਟਕਾ ਸਾਹਿਬ ਲੈ ਕੇ ਜਾਂ ਪੋਥੀ ਲੈ ਕੇ ਜਾਂ ਗੁਰੂ ਸਾਹਿਬ ਦੀ ਗੋਦ 'ਚ ਬਹਿ ਕੇ ਕਿਤੇ ਬਾਣੀ ਪੜ੍ਹਨ ਲੱਗੀਏ, ਮਨ ਕਈ ਵਲਵਲਿਆਂ 'ਚ ਦੌੜ ਜਾਂਦਾ, ਕਈ ਝਮੇਲਿਆਂ 'ਚ ਮਨ ਉਦੋਂ ਫਸ ਜਾਂਦਾ। ਫਿਰ ਉਹ ਵਿਚਾਰਾਂ ਸਾਹਮਣੇ ਆਉਂਦੀਆਂ ਜਿਹੜੀਆਂ ਅੱਜ ਤੋਂ 20 25 ਸਾਲ ਪਹਿਲਾਂ ਗੁਜ਼ਰ ਚੁੱਕੀਆਂ ਨਾ, ਜਿਨ੍ਹਾਂ ਦਾ ਕੋਈ ਚੇਤਾ ਵੀ ਨਹੀਂ, ਉਹ ਵੀ ਵਿਚਾਰਾਂ ਸਾਹਮਣੇ ਆਉਂਦੀਆਂ ਵੀ ਆਹ ਕੁਛ ਮੈਂ ਕੀਤਾ ਜਾਂ ਆਹ ਕੁਝ ਮੇਰੇ ਨਾਲ ਹੋਇਆ ਜਾਂ ਇਦਾਂ ਦੇ ਹਾਲਾਤ ਮੈਂ ਵੇਖੇ, ਉਹ ਸਾਰਾ ਕੁਝ ਸਾਹਮਣੇ ਆਇਆ। ਜਦੋਂ ਆਉਂਦਾ ਅਸੀਂ ਅਕਸਰ ਉਦੋਂ ਕੀ ਕਰਦੇ ਆ, ਉਦੋਂ ਬਾਣੀ ਪੜ੍ਹਨੀ ਛੱਡ ਦਿੰਨੇ ਆ, ਪਾਸੇ ਹੋ ਜੀਦਾ ਵੀ ਨਹੀਂ, ਮਨ ਨੇ ਟਿਕਣਾ ਨਹੀਂ ਹੈ। ਤੇ ਕਹਿ ਸਕਦੇ ਆ ਭਾਗ ਚੰਗੇ ਨਹੀਂ, ਤੇ ਅਸੀਂ ਉੱਠ ਪਏ। ਮਨ ਦਾ ਕਰਮ ਹੈ ਸਾਨੂੰ ਭਟਕਾਉਣਾ, ਮਨ ਦਾ ਕਰਮ ਹੈ ਸਾਨੂੰ ਚੰਗੇ ਪਾਸਿਓਂ ਰੋਕਣਾ। ਜੇ ਤੇ ਰੁਕ ਗਏ, ਮਨ ਤੇ ਸਫਲ ਹੋ ਗਿਆ। ਜੇ ਅਸੀਂ ਚੰਗਾ ਕਰਮ ਕਰਨ ਤੋਂ ਰੁਕ ਗਏ, ਮਨ ਨੂੰ ਤੇ ਸਫਲਤਾ ਮਿਲ ਗਈ, ਮਨ ਤੇ ਸਫਲ ਹੋ ਗਿਆ, ਬਸ ਉਸੇ ਨੂੰ ਅਸਫਲ ਬਣਾਉਣਾ, ਉਸੇ ਨੂੰ ਅਸਫਲ ਬਣਾ ਕੇ ਅਸੀਂ ਆਪਣੇ ਕਾਰਜ ਨੂੰ ਸਫਲ ਕਰਨਾ। ਜੇ ਮੈਂ ਪੜਨ ਲੱਗਿਆ, ਮਨ ਦੌੜਦਾ ਦੌੜ ਲਏ, ਪਰ ਮੈਂ ਉਹਨੂੰ ਪਕੜ ਕੇ ਵਾਪਸ ਲੈ ਕੇ ਆਉਣਾ ਵੀ ਨਹੀਂ ਮਨਾ, ਤੂੰ ਟਿਕ ਕੇ ਬਹਿ, ਆ ਵੇਖ ਇਹਦੇ ਚੋਂ ਕਿੰਨਾ ਆਨੰਦ ਆਉਂਦਾ। ਬਾਤ ਤੇ ਇਤਨੀ ਹੈ ਨਾ ਵੀ ਜਿੱਦਣ ਜੁੜਨ ਲੱਗ ਗਿਆ, ਜਿੱਦਣ ਆਨੰਦ ਰਤਾ ਮਾਤਰ ਆ ਗਿਆ, ਉਦਣ ਇਹਨੇ ਆਪ ਬਹਿਣ ਲੱਗ ਜਾਣਾ। ਤੇ ਜਿੰਨਾ ਚਿਰ ਇਹਨੂੰ ਆਨੰਦ ਆਉਂਦਾ ਨਹੀਂ, ਉਹਨਾਂ ਚਿਰ ਇਹਨੇ ਦੌੜਨਾ। ਬਸ ਅਸੀਂ ਪਕੜ ਕੇ ਇਹਨੂੰ ਬਿਠਾ ਕੇ ਇੱਕ ਆਨੰਦ ਦੇਣਾ ਹੈ ਕਿ ਮਨਾ ਆ ਆਨੰਦ ਤੈਨੂੰ ਚਾਹੀਦਾ ਹੈ ਤੇ ਆ ਤੂੰ ਲੈਣਾ ਹੈ। ਜੋ ਸੰਸਾਰਕ ਪਦਾਰਥਾਂ, ਵਸਤੂਆਂ ਤੇ ਹਾਲਾਤਾਂ ਚੋਂ ਲੱਭ ਰਹੇ ਆ ਨਾ, ਉਹ ਆਨੰਦ ਉਥੋਂ ਨਹੀਂ। ਆ ਜਿੱਥੇ ਤੈਨੂੰ ਬਿਠਾ ਕੇ ਮੈਂ ਆਨੰਦ ਦੇਣਾ ਚਾਹੁੰਦਾ ਨਾ, ਬਸ ਇੱਥੋਂ ਬਹਿ ਕੇ ਆਨੰਦ ਮਿਲਣਾ। ਆ ਬਾਹਰੀ ਸੰਸਾਰ ਚੋਂ ਅੱਜ ਤੱਕ ਉਹ ਆਨੰਦ ਕਿਸੇ ਨੂੰ ਨਹੀਂ ਮਿਲਿਆ। ਤੇ ਜਿੱਦਣ ਮਨ ਨੂੰ ਉਹ ਆਨੰਦ ਆ ਗਿਆ, ਉਦਣ ਮਨ ਆਪ ਬੈਠੇਗਾ। ਹੋ ਸਕਦਾ ਸਾਡਾ ਤਨ ਨਾ ਵੀ ਬੈਠੇ, ਪਰ ਮਨ ਉਦੋਂ ਵੀ ਜੁੜਿਆ ਹੋਏਗਾ। ਸ਼ੁਰੂਆਤ ਵਿੱਚ ਹੋ ਸਕਦਾ ਕਿ ਲਾਲਚ ਦੇਣਾ ਪਏ। ਮਾਲਕ ਜੀ ਕਹਿੰਦੇ ਵੱਡ ਭਾਗੀ ਨਾਮ ਤੇ ਆਇਆ। ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਨਾਮ ਤੇ ਆਉਂਦੇ। ਅਹਨਿਸ ਲਾਗਾ ਭਾਉ, ਤੇ ਦਿਨ ਰਾਤ ਉਹਨਾਂ ਦਾ ਭਾਉ ਪ੍ਰੇਮ ਜਿਹੜਾ ਉਹ ਰੱਬ ਨਾਲ ਲੱਗਿਆ ਰਹਿੰਦਾ। ਤੇ ਜਿਨ੍ਹਾਂ ਦਾ ਰੱਬ ਨਾਲ ਪ੍ਰੇਮ ਲੱਗਿਆ ਰਹਿੰਦਾ, ਉਹ ਚੰਗੇ ਕਰਮਾਂ ਦੇ ਮਾਲਕ ਨੇ। ਦਿਨ ਰਾਤ ਜਿਹੜੇ ਰੱਬੀ ਯਾਦ ਵਿੱਚ ਜੁੜੇ ਰਹਿੰਦੇ ਹਨ। ਜਨ ਨਾਨਕ ਮੰਗੈ ਧੂੜ ਤਿਨ, ਹਉ ਸਦ ਕੁਰਬਾਣੇ ਜਾਓ। ਇੱਕ ਖਿਆਲ ਰੱਖਿਓ, ਨਾਮ ਜਪਣ ਵਾਲਾ ਕਿੱਦਾਂ ਦਾ ਹੈ, ਕਿੱਦਾਂ ਦਾ ਨਹੀਂ, ਮਾੜਾ ਹੈ ਜਾਂ ਚੰਗਾ ਹੈ, ਇਹ ਗੱਲ ਮਾਇਨੇ ਨਹੀਂ ਰੱਖਦੀ। ਬਸ ਇੰਨਾ ਖਿਆਲ ਰੱਖੋ, ਜਿਸ ਸ਼ਖਸ ਦੀ ਗੁਰੂ ਨਾਨਕ ਸਾਹਿਬ ਚਰਨ ਧੂੜ ਮੰਗ ਰਹੇ ਨੇ ਨਾ, ਉਹ ਮਾੜਾ ਹੋ ਹੀ ਨਹੀਂ ਸਕਦਾ। ਵੱਡ ਭਾਗੀ ਨਾਮ ਤੇ ਆਇਆ। ਵੱਡਿਆਂ ਭਾਗਾਂ ਵਾਲਿਆਂ ਨੇ ਨਾਮ ਤੇ ਆਇਆ। ਅਹਨਿਸ ਲਾਗਾ ਭਾਉ, ਦਿਨ ਰਾਤ ਉਹਨਾਂ ਦੇ ਹਿਰਦੇ 'ਚ ਪ੍ਰੇਮ ਬਣਿਆ। ਤੇ ਜਿਨ੍ਹਾਂ ਦੇ ਹਿਰਦੇ 'ਚ ਦਿਨ ਰਾਤ ਪ੍ਰੇਮ ਬਣਿਆ, ਜਨ ਨਾਨਕ ਮੰਗੈ ਧੂੜ ਤਿਨ, ਉਹਨਾਂ ਦੀ ਚਰਨ ਧੂੜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਦਾਸ ਨਾਨਕ ਲੋਚਦਾ ਹੈ। ਤੇ ਜਿਨ੍ਹਾਂ ਦੀ ਚਰਨ ਧੂੜੀ ਗੁਰੂ ਨਾਨਕ ਸਾਹਿਬ ਲੋਚਦੇ, ਕੀ ਉਹ ਮਾੜੇ ਹੋ ਸਕਦੇ ਨੇ? ਕਿੰਨਾ ਚੰਗਾ ਜੀਵਨ ਹੋਏਗਾ ਉਹਨਾਂ ਦਾ।
ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਵਾਰਨੇ ਜਾ ਰਹੇ। ਕਿੰਨਾ ਚੰਗਾ ਹੋਏਗਾ ਜੀਵਨ ਉਹਨਾਂ ਦਾ ਜਿਨ੍ਹਾਂ ਤੋਂ ਧੰਨ ਗੁਰੂ ਨਾਨਕ ਸਾਹਿਬ ਕੁਰਬਾਨ ਜਾ ਰਹੇ। ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹੋ। ਕੁਝ ਕੁ ਗਿਣਤੀ ਦੇ ਸ਼ਖਸ ਨੇ ਜਿਨ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਨੇ ਆਪਣਾ ਸੀਸ ਨਿਵਾਇਆ। ਮਾਤਾ ਪਿਤਾ ਜਿਨ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਸੀਸ ਨਿਵਾਉਂਦੇ, ਜਾਂ ਬੇਬੇ ਨਾਨਕੀ ਭੈਣ ਉਹਨਾਂ ਦੇ ਜਿਨ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਸੀਸ ਨਿਵਾਉਣਾ ਚਾਹੁੰਦੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੇਬੇ ਨਾਨਕੀ ਸੀਸ ਨਿਵਾਉਂਦੇ ਨੇ। ਤੇ ਜਾਂ ਭਾਈ ਲਹਿਣਾ ਜੀ ਜਿਨ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਨੇ ਆਪਣਾ ਸੀਸ ਨਿਵਾਇਆ। ਬਾਕੀ ਜਿੰਨੇ ਵੀ ਸੰਸਾਰ ਉੱਤੇ ਨੇ ਉਹ ਸਾਰੇ ਦੇ ਸਾਰੇ ਗੁਰੂ ਨਾਨਕ ਸਾਹਿਬ ਅੱਗੇ ਝੁਕਦੇ ਨੇ ਵੀ ਬਾਬਾ ਤੇਰੇ ਵਰਗੀ ਕਮਾਈ ਕਿਸੇ ਦੀ ਨਹੀਂ। ਤੇ ਭਾਈ ਲਹਿਣਾ ਜੀ ਦੀ ਕਮਾਈ ਕਿੰਨੀ ਹੋਏਗੀ ਕਿ ਜਿਸ ਅੱਗੇ ਸਾਰਾ ਸੰਸਾਰ ਝੁਕਦਾ ਗੁਰੂ ਨਾਨਕ ਸਾਹਿਬ ਜੀ ਆਪ ਖੁਦ ਭਾਈ ਲਹਿਣਾ ਜੀ ਅੱਗੇ ਸੀਸ ਨਿਵਾ ਰਹੇ। ਤੇ ਉਹ ਕਮਾਈ ਕਿੰਨੀ ਹੋਏਗੀ ਜਿਨ੍ਹਾਂ ਦੇ ਪ੍ਰਤੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਉਹ ਕਿੱਦਾਂ ਦੀ ਅਵਸਥਾ ਹੋਏਗੀ ਜਿੱਥੇ ਆ ਕੇ ਜੀਵ ਆਪ ਵੀ ਜਪੇ ਤੇ ਹੋਰਨਾਂ ਨੂੰ ਜਪਾਵੇ। ਉਹ ਕਿੱਦਾਂ ਦਾ ਜਪਣਾ ਹੋਏਗਾ ਜਿੱਥੇ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਖੁਦ ਉਹਨਾਂ ਦੀ ਚਰਨ ਧੂੜ ਮੰਗਣ ਲੱਗ ਜਾਂਦੇ। ਗੁਰੂ ਅਰਜਨ ਸਾਹਿਬ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਉਹ ਕੈਸੇ ਰੱਬੀ ਪਿਆਰੇ ਹੋਣਗੇ ਜਿਨ੍ਹਾਂ ਦੀ ਚਰਨ ਧੂੜ ਤੋਂ ਵੱਡਾ ਸੁਖ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਹੀ ਕੋਈ ਨਹੀਂ। ਨਾਨਕ ਦਾਸ ਇਹ ਸੁਖ ਮੰਗੈ, ਆ ਦਾਸ ਨਾਨਕ ਇਹ ਸੁਖ ਮੰਗ ਰਿਹਾ ਕੀ, ਮੋਕੋ ਕਰ ਸੰਤਨ ਕੀ ਧੂਰੇ। ਤੇ ਅਸੀਂ ਸੁੱਖਾਂ ਵਾਸਤੇ ਕੀ ਮੰਗਿਆ? ਰੱਬਾ ਇੱਕ ਵੱਡਾ ਘਰ ਹੋਵੇ, ਬਹੁਤ ਸਾਰਿਆ ਜੇਬ 'ਚ ਰੁਪਈਆ ਹੋਵੇ, ਇੱਕ ਵੱਡੀ ਸਾਰੀ ਮੇਰੇ ਕੋਲ ਗੱਡੀ ਹੋਵੇ, ਦੁਨੀਆ ਜਿੱਧਰ ਮੈਂ ਜਾਵਾਂ ਮੇਰੇ ਵੱਲ ਵੇਖਦੀ ਹੋਵੇ। ਅਸੀਂ ਸੁੱਖਾਂ ਲਈ ਆ ਕੁਝ ਮੰਗਿਆ। ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਰੱਬ ਜੀ ਮੈਂ ਤੇ ਅਰਦਾਸ ਇਹ ਕਰਦਾ ਵੀ ਤੁਸੀਂ ਅੰਤਰਜਾਮੀ ਹੋ, ਮਨ ਦੀਆਂ ਸ਼ਰਧਾ ਨੂੰ ਤੁਸੀਂ ਪੂਰੀਆਂ ਕਰਦੇ ਹੋ। ਤੇ ਮੇਰੀ ਸ਼ਰਧਾ ਇਹ ਹੈ ਕਿ ਮੈਂ ਤੁਹਾਡੇ ਕੋਲੋਂ ਇਹ ਸੁੱਖ ਮੰਗਦਾ ਕਿ ਮੈਨੂੰ ਜਿਹੜੇ ਤੁਹਾਡੇ ਰੱਬੀ ਪਿਆਰੇ ਨੇ ਨਾ, ਤੁਹਾਡੀ ਯਾਦ 'ਚ ਜੁੜੇ ਹੋਏ, ਉਹਨਾਂ ਦੀ ਕਿਤੇ ਚਰਨ ਧੂੜ ਮਿਲ ਜੇ। ਮੇਰੇ ਲਈ ਉਦੋਂ ਵੱਡਾ ਸੁੱਖ ਹੈ ਹੀ ਕੋਈ ਨਹੀਂ। ਇੱਕ ਨਾ ਗੁਰੂ ਅਰਜਨ ਸਾਹਿਬ ਜੀ ਦਾ ਹੀ ਪਾਵਨ ਬਚਨ ਹੈ, ਆਪਾਂ ਪੁੰਨ ਪਤਾ ਕਿਹਨੂੰ ਕਹਿੰਦੇ ਆ? ਕਿਸੇ ਨੂੰ ਦੇਣਾ ਅਸੀਂ ਪੁੰਨ ਕਹਿੰਦੇ ਆ। ਗੁਰੂ ਅਰਜਨ ਸਾਹਿਬ ਨੇ ਪੁੰਨ ਦੀ ਪਰਿਭਾਸ਼ਾ ਕੁਝ ਹੋਰ ਦਿੱਤੀ। ਸਤਿਗੁਰੂ ਨੇ ਨਾ ਮੰਗਣ ਨੂੰ ਪੁੰਨ ਦੱਸਿਆ, ਪਰ ਮੰਗਣਾ ਕਿਹਦੇ ਕੋਲੋਂ? ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਹੁਣ ਹੱਥ ਫੈਲਾ ਕੇ ਮੰਗਣਾ, ਅੰਜੁਲੀ ਦਾ ਰੂਪ, ਤੇ ਮੰਗਣਾ ਕਿਹਦੇ ਕੋਲੋਂ? ਪਰਮੇਸ਼ਵਰ ਕੋਲੋਂ। ਗੁਰੂ ਅਰਜਨ ਸਾਹਿਬ ਕਹਿੰਦੇ ਇਦੋਂ ਵੱਡਾ ਪੁੰਨ ਨਹੀਂ ਕੋਈ। ਕਰ ਡੰਡੌਤ ਪੁੰਨ ਵੱਡਾ ਹੈ। ਅਸੀਂ ਆਪਣੇ ਕੋਲੋਂ ਕੁਛ ਕਿਸੇ ਦੀ ਸਹਾਇਤਾ ਕਰਕੇ, ਕਿਸੇ ਦੀ ਮਦਦ ਕਰਕੇ ਕਹਿੰਦੇ ਜੀ ਮੈਂ ਪੁੰਨ ਦਾ ਕੰਮ ਕੀਤਾ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਰੱਬ ਕੋਲੋਂ ਮੰਗ ਕੇ ਕਹਿਣਾ ਵੀ ਇਦੋਂ ਵੱਡਾ ਪੁੰਨ ਕੋਈ ਨਹੀਂ। ਤੇ ਮੈਂ ਉਹਦੇ ਅੱਗੇ ਨਮਸਕਾਰ ਕਰਕੇ ਗੱਲ ਕਹਿਣਾ, ਕਰ ਡੰਡੌਤ ਪੁੰਨ ਵੱਡਾ ਹੈ। ਇਦੋਂ ਵੱਡਾ ਪੁੰਨ ਕਿੱਥੇ ਹੈ? ਵੀ ਮੈਂ ਜਦੋਂ ਡੰਡੌਤ ਕਰਾਂ ਉਦੋਂ ਰੱਬ ਅੱਗੇ ਕਰਾਂ। ਹੁਣ ਇਦੋਂ ਵੱਡਾ ਪੁੰਨ ਕਿਹੜਾ? ਇਹ ਤਾਂ ਨਹੀਂ ਨਾ ਵੀ ਮੈਂ ਇੱਕ ਵਾਰੀ ਡੰਡੌਤ ਕੀਤੀ ਰੱਬ ਅੱਗੇ, ਦੂਜੀ ਵਾਰੀ ਡੰਡੌਤ ਕਰਾਂ ਕਿਸੇ ਦੂਜੇ ਅੱਗੇ, ਤੀਜੀ ਵਾਰੀ ਕਰਾਂ ਕੋਈ ਤੀਜਾ ਆ ਜੇ ਤੇ ਚੌਥੀ ਵਾਰੀ ਕਰਾਂ ਫਿਰ ਡੰਡੌਤ ਚੌਥੇ ਅੱਗੇ।
ਉਹ ਕਾਹਦਾ ਪੁੰਨ? ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਜੇ ਪੁੰਨ ਕਰਨਾ ਚਾਹੁੰਨਾ ਬਸ ਆ 2 ਕੰਮ ਆਪਣੀ ਜ਼ਿੰਦਗੀ 'ਚ ਸਿੱਖ ਲਾ। ਜਦੋਂ ਅੰਜਲੀ ਕਰਨੀ ਤੇ ਉਦੋਂ ਰੱਬ ਅੱਗੇ, ਤੇ ਜਦੋਂ ਡੰਡੌਤ ਕਰਨੀ ਉਦੋਂ ਰੱਬ ਅੱਗੇ। ਇਦੋਂ ਬਿਨਾ ਦੁਨੀਆ ਤੇ ਵੱਡਾ ਪੁੰਨ ਹੈ ਹੀ ਕੋਈ ਨਹੀਂ। ਜਨ ਨਾਨਕ ਮੰਗੈ ਧੂੜ 3, ਮਾਲਕ ਪਾਤਸ਼ਾਹ ਕਹਿੰਦੇ ਦਾਸ ਨਾਨਕ ਉਹਨਾਂ ਦੀ ਚਰਨ ਧੂੜ ਮੰਗਦੇ ਨੇ, ਹਉ ਸਦ ਕੁਰਬਾਨੇ ਜਾਉ, ਤੇ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਣਾ। ਕਿੰਨਾ ਤੋਂ? ਜਨ ਕੀ ਟੇਕ ਹਰ ਨਾਮ, ਹਰ ਬਿਨ ਨਾਵੇਂ ਠੌਰ ਨਾ ਠਾਉ। ਜਿਨ੍ਹਾਂ ਦਾ ਜੀਵਨ ਐਸਾ ਹੈ ਜਿਹੜੇ ਰੱਬੀ ਨਾਮ ਵਿੱਚ ਜਿਉਂਦੇ, ਤੇ ਜਿਨ੍ਹਾਂ ਕੋਲ ਰੱਬ ਦੇ ਨਾਮ ਤੋਂ ਬਿਨਾ ਦੂਜਾ ਕੋਈ ਟਿਕਾਣਾ ਥਾਂ ਹੈ ਹੀ ਨਹੀਂ, ਜਿਹੜੇ ਸਿਰਫ ਇੱਕ ਰੱਬ ਦੇ ਭਰੋਸੇ ਵਿਸ਼ਵਾਸ ਉਹਦੇ ਨਾਮ ਦੇ ਆਸਰੇ ਤੇ ਜਿਹੜੇ ਜਿਉਂਦੇ ਨਾ, ਸਤਿਗੁਰੂ ਕਹਿੰਦੇ ਮੈਂ ਉਹਨਾਂ ਦੀ ਚਰਨ ਧੂੜ ਲੋਚਦਾ ਤੇ ਉਹਨਾਂ ਤੋਂ ਸਦਾ ਕੁਰਬਾਨ ਮੈਂ ਜਾਂਦਾ ਹਾਂ। ਲੱਖ 84 ਹੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ। ਇਹ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਲੱਖ 84 ਮੇਦਨੀ ਮਤਲਬ ਸਾਰੀ ਦੀ ਸਾਰੀ ਸ੍ਰਿਸ਼ਟੀ, 84 ਲੱਖ ਜੀਵ ਤਿਸ਼ਨਾ ਜਲਤੀ ਕਰੇ ਪੁਕਾਰ। ਸਾਰੀ ਦੀ ਸਾਰੀ ਸ੍ਰਿਸ਼ਟੀ ਤ੍ਰਿਸ਼ਨਾ ਵਿੱਚ ਸੜਦੀ ਹੋਈ ਪੁਕਾਰਾਂ ਕਰ ਰਹੀ, ਅੱਗ ਵਿੱਚ ਮੱਚਦੀ ਹੋਈ, ਅੱਗ ਵਿੱਚ ਸੜਦੀ ਪੁਕਾਰ ਕਰ ਰਹੀ। ਇਹ ਮੋਹ ਮਾਇਆ ਸਭ ਪਸਰਿਆ। ਹੁਣ ਜਿੰਨਾ ਕੁਝ ਵੀ ਨਜ਼ਰ ਆ ਰਿਹਾ, ਮਾਲਕ ਕਹਿੰਦੇ ਮੋਹ ਮਾਇਆ ਸਭ ਪਸਰਿਆ। ਸਾਰਾ ਮਾਇਆ ਦਾ ਇੱਕ ਪਸਾਰਾ ਹੈ ਖਿਲ ਰਿਹਾ ਹੋਇਆ, ਤੇ ਇਸ ਪਸਾਰੇ ਦੇ ਪ੍ਰਤੀ ਸਤਿਗੁਰੂ ਕਹਿੰਦੇ ਨਾਲ ਚੱਲੇ ਨਾ ਅੰਤੀ ਵਾਰ। ਜਿੰਨਾ ਮਰਜ਼ੀ ਖਿਲਾਰ ਕੇ ਬਹਿ ਜਾ ਸੱਜਣਾ, ਇੱਕ ਟਕਾ ਨਹੀਂ, ਇੱਕ ਵਸਤੂ ਵੀ ਨਹੀਂ ਜਿਹੜੀ ਤੇਰੇ ਨਾਲ ਜਾਣ ਵਾਲੀ ਹੋਵੇ। ਜਿੰਨਾ ਮਰਜ਼ੀ ਪਸਾਰ ਲਾ, ਹੈ ਤੇ ਇੱਕ ਮਾਇਆ ਦਾ ਸਰੂਪ ਹੀ ਹੈ ਨਾ, ਜੋ ਪਸਾਰ ਕੇ ਇਨਸਾਨ ਬੈਠਾ ਜਾਂ ਜਿੰਨੇ ਪਸਾਰੇ ਪਸਾਰ ਰਿਹਾ ਹੈ ਤੇ ਇੱਕ ਮਾਇਆ ਦਾ ਰੂਪ ਹੀ ਹੈ ਨਾ। ਤੇ ਸਾਰੇ ਦੀ ਸਾਰੀ ਸ੍ਰਿਸ਼ਟੀ, ਕੱਲਾ ਮਨੁੱਖ ਨਹੀਂ, ਜੀਵ ਜਾਨਵਰ ਵੀ ਤ੍ਰਿਸ਼ਨਾ ਵਿੱਚ ਸੜ ਰਹੇ ਨੇ। ਕਿਉਂ? ਇੱਕ ਤੋਂ ਇੱਕ ਵੱਧ ਕੇ ਲਾਲਸਾ ਹਾਸਲ ਕਰਨ ਦੀ। ਉਹ ਕੀ ਹੈ? ਤ੍ਰਿਸ਼ਨਾ। ਜਦੋਂ ਮਨੁੱਖ ਨੂੰ ਸਮਝਾਇਆ, ਬੱਚਿਆਂ ਨੂੰ ਕਹਾਣੀਆਂ ਪੜ੍ਹਾਈਆਂ, ਬੱਚਿਆਂ ਨੂੰ ਸਿੱਖਿਆਵਾਂ ਦੇਣ ਵਾਸਤੇ ਜਦੋਂ ਸਟੋਰੀਜ਼ ਪੜ੍ਹਾਈਆਂ ਗਈਆਂ, ਪੰਜਾਬੀ ਵਿੱਚ, ਹਿੰਦੀ ਵਿੱਚ, ਅੰਗਰੇਜ਼ੀ ਵਿੱਚ, ਅਲੱਗ-ਅਲੱਗ ਭਾਸ਼ਾਵਾਂ ਵਿੱਚ ਪੜ੍ਹਾਈਆਂ ਗਈਆਂ, ਤੇ ਉਦੋਂ ਉਦਾਹਰਨਾਂ ਕਿਹਨਾਂ ਦੀਆਂ ਦਿੱਤੀਆਂ? ਪਸ਼ੂਆਂ ਦੀਆਂ, ਪੰਛੀਆਂ ਦੀਆਂ। ਤੇ ਉਹ ਉਦਾਹਰਨਾਂ ਦੇ ਕੇ ਸਮਝਾਉਣਾ ਕੀ ਚਾਹੁੰਦੇ? ਵੀ ਜ਼ਿੰਦਗੀ 'ਚ ਕਦੇ ਐਦਾਂ ਦਾ ਕਰਮ ਨਾ ਕਰੋ ਕਿ ਆਹ ਹਾਲਾਤ ਬਣ ਜਾਣ ਸਾਡੇ। ਬੱਚੇ ਨੂੰ ਪੜ੍ਹਾਇਆ, ਗ੍ਰੇਡੀ ਡੌਗ, ਲਾਲਚੀ ਕੁੱਤਾ। ਲਾਲਚ ਕੀ ਹੈ? ਤ੍ਰਿਸ਼ਨਾ ਹੀ ਹੈ ਨਾ। ਪੜ੍ਹਾਇਆ ਕੀ ਗਿਆ? ਪਿਆਸਾ ਕਾਂ ਕਿਵੇਂ ਭਟਕਦਾ ਫਿਰਦਾ, ਉੱਡਦਾ ਫਿਰਦਾ, ਪਰ ਨਾਲ ਦੱਸਿਆ ਵੀ ਜੇ ਮਿਹਨਤ ਕਰਨ ਦੀ ਆਸ ਹੋਵੇ ਤੇ ਫਿਰ ਕੁਝ ਵੀ ਕੀਤਾ ਜਾ ਸਕਦਾ। ਮੈਂ ਇਹ ਪੱਖ ਤਾਂ ਰੱਖ ਰਿਹਾ, ਸਤਿਗੁਰੂ ਕਹਿੰਦੇ 84 ਦੀ 84 ਲੱਖ ਜੂਨ ਜਿਹੜੀ ਹੈ ਨਾ, ਉਹ ਤ੍ਰਿਸ਼ਨਾ 'ਚ ਸੜ ਰਹੀ ਹੈ ਸਮੇਤ ਮਨੁੱਖ। ਬਾਕੀ ਜੀਵ ਤੇ ਹੋ ਸਕਦਾ ਕਿਤੇ ਸ਼ਾਂਤ ਚਿੱਤ ਹੋ ਕੇ ਬਹਿ ਜਾਣ ਜਦੋਂ ਪੇਟ ਭਰ ਜੇ, ਪਰ ਇੱਕ ਮਨੁੱਖ ਹੈ ਪੇਟ ਭਰਨ ਤੋਂ ਬਾਅਦ 'ਚ ਵੀ ਭੱਜਿਆ ਫਿਰਦਾ। ਇਹ ਭੱਜਦਾ ਹੀ ਉਦੋਂ ਜਦੋਂ ਇਹਦਾ ਪੇਟ ਭਰਦਾ। ਸਵੇਰੇ ਘਰੋਂ ਤੁਰਿਆ, ਤੁਰਨ ਤੋਂ ਪਹਿਲਾਂ ਕੀ ਕੀਤਾ? ਪੇਟ ਭਰਿਆ। ਦੁਪਹਿਰ ਤੱਕ ਭੋਜਨ ਪਚ ਗਿਆ, ਹੁਣ ਦੁਪਹਿਰੇ ਹੋਰ ਕਾਰਜ ਕਰਨ ਦੀ ਆਸ ਲਾ ਕੇ ਬੈਠਾ, ਫਿਰ ਦੁਬਾਰਾ ਭੋਜਨ ਛਕਿਆ ਵੀ ਮੈਂ ਛਕ ਲਾਂ, ਫਿਰ ਪੇਟ ਭਰ ਕੇ ਫਿਰ ਤੁਰ ਪਿਆ। ਫਿਰ ਵਾਪਸੀ ਆਇਆ ਘਰ ਨੂੰ, ਸਾਰਾ ਕਾਰਜ ਕਰਕੇ ਨਵੇੜ ਕੇ ਥੱਕ ਕੇ ਘਰੇ ਆ ਗਿਆ। ਘਰ ਆ ਕੇ ਹੁਣ ਕੀ ਕਹਿੰਦਾ? ਲਿਆਓ ਭੋਜਨ। ਪੇਟ ਭਰ ਕੇ ਤੁਰਦਾ ਏ, ਹਰ ਵਾਰੀ ਭਰ ਕੇ ਤੁਰਦਾ।
ਪੇਟ ਭਰਨ ਤੋਂ ਬਾਅਦ ਵਿੱਚ ਬਾਕੀ ਆਸਾਵਾਂ ਜਾਗਦੀਆਂ। ਤੇ ਜਦੋਂ ਬਾਕੀ ਆਸਾਵਾਂ ਜਾਗਦੀਆਂ ਫਿਰ ਕਹਿੰਦਾ ਜੀ ਰੋਟੀ ਵਾਸਤੇ ਕਰਨਾ ਪੈਂਦਾ। ਸੱਜਣਾ ਜੇ ਭੋਜਨ ਵਾਸਤੇ ਕਰਨਾ ਪੈਂਦਾ, ਜਿੰਨੇ ਪਸਾਰੇ ਤੂੰ ਪਸਾਰ ਕੇ ਬੈਠਾ ਇਹਨੇ ਪਸਾਰਨੇ ਨਾ ਪੈਂਦੇ, ਪਰ ਤੂੰ ਭੋਜਨ ਵਾਸਤੇ ਨਹੀਂ ਕਰ ਰਿਹਾ। ਜ਼ਰੂਰਤ ਵਾਸਤੇ ਕਰਨਾ ਹੁੰਦਾ ਤੇ ਫਿਰ ਜਿੰਨੇ ਪਸਾਰੇ ਤੂੰ ਪਸਾਰ ਕੇ ਬੈਠਾ ਇੰਨੀ ਲੋੜ ਥੋੜੀ ਪੈਂਦੀ। ਤੂੰ ਜ਼ਰੂਰਤ ਵਾਸਤੇ ਨਹੀਂ, ਤੂੰ ਸ਼ੌਂਕ ਵਾਸਤੇ ਕਰ ਰਿਹਾ। ਤੂੰ ਮਨ ਦੀਆਂ ਇੱਛਾਵਾਂ ਨੂੰ ਸ਼ਾਂਤ ਕਰਨਾ ਚਾਹੁੰਦਾ। ਉਹ ਮਨ ਦੀਆਂ ਇੱਛਾਵਾਂ ਨੂੰ ਸ਼ਾਂਤ ਕਰਨ ਲਈ ਤੂੰ ਕਰ ਰਿਹਾ, ਪਰ ਅਫਸੋਸ ਉਹ ਸ਼ਾਂਤ ਨਹੀਂ ਹੋ ਰਹੀਆਂ, ਉਹ ਵੱਧ ਰਹੀਆਂ, ਕਿਉਂਕਿ ਤੇਰੀ ਲਾਲਸਾ ਵੱਧ ਰਹੀ। ਤੇ ਸਤਿਗੁਰੂ ਜੀ ਕਹਿੰਦੇ ਵੀ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਨਾ ਇਹ ਤ੍ਰਿਸ਼ਨਾ ਦੀ ਅੱਗ 'ਚ ਸੜ ਰਹੀ ਹੈ, ਤੇ ਮਨੁੱਖ ਤ੍ਰਿਸ਼ਨਾ ਦੀ ਅੱਗ 'ਚ ਸੜਦਾ ਹੋਇਆ, ਲਾਲਸਾ ਦੀ ਅੱਗ ਵਿੱਚ ਸੜਦਾ ਹੋਇਆ ਬੜੀਆਂ ਤਰ੍ਹਾਂ ਦੀਆਂ ਵਸਤੂਆਂ, ਲਾਲਸਾਵਾਂ ਆਪਣੀਆਂ ਪੂਰੀਆਂ ਕਰ ਰਿਹਾ, ਬਹੁਤ ਕੁਝ ਜੋੜ ਜੋੜ ਰੱਖੀ ਜਾਂਦਾ, ਸ਼ਾਇਦ ਮਨ ਟਿਕ ਜਾਏ। ਪਰ ਸਤਿਗੁਰੂ ਕਹਿੰਦੇ ਇਸ ਗੱਲ ਨੂੰ ਇਹ ਸਮਝ ਨਹੀਂ ਸਕਿਆ ਕਿ ਇਹ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਇਹ ਸਮਝ ਨਹੀਂ ਸਕਿਆ। ਹੁਣ ਜਿਵੇਂ ਮੈਂ ਇੱਕ ਨਿੱਕਾ ਜਿਹਾ ਪੱਖ ਰੱਖਾਂ, ਇੱਕ ਮਨੁੱਖ ਹੈ, ਆਪਾਂ ਜਿੰਨੇ ਬੈਠੇ ਆ, ਚਾਹੇ ਘਰਾਂ ਵਿੱਚ ਆ, ਚਾਹੇ ਗੁਰੂ ਘਰ ਦਰਬਾਰ ਵਿੱਚ ਬੈਠੇ ਆ, ਸਾਰੇ ਜਾਣਦੇ ਆ ਕਿ ਜੋ ਕੁਝ ਸਾਡੇ ਕੋਲ ਹੈ ਅਸੀਂ ਜੋੜਿਆ ਜਾਂ ਅਸੀਂ ਜੋੜ ਰਹੇ ਆ, ਬਣਾ ਰਹੇ ਆ, ਉਹਨਾਂ ਚੋਂ ਇੱਕ ਚੀਜ਼ ਸਾਡੀ ਨਹੀਂ, ਨਾ ਸਾਡੇ ਨਾਲ ਜਾਣੀ। ਸਾਰੇ ਜਾਣਦੇ ਆ, ਪਰ ਅਵੇਸਲੇ ਕਿੰਨੇ ਆ ਅਸੀਂ? ਅਵੇਸਲੇ ਕਿੰਨੇ ਆ ਕਿ ਜਾਣਦਿਆਂ ਹੋਇਆਂ ਵੀ ਅਸੀਂ ਜੋੜਨ ਲੱਗੇ ਹੋਏ ਆ। ਅਵੇਸਲਾ ਪਾਣੀ ਹੈ ਨਾ। ਚਾਹੀਦਾ ਤੇ ਇਹ ਸੀ ਵੀ ਸਮਝ ਪਤਾ ਲੱਗ ਗਿਆ ਵੀ ਕੁਛ ਨਹੀਂ ਨਾਲ ਜਾਣਾ, ਤੇ ਸੁਚੇਤ ਹੋ ਕੇ ਓਨਾ ਕੁ ਜਿਉਂਦੇ ਜਿੰਨਾ ਕੁ ਅਸੀਂ ਜਿਉਂਦੇ ਹੋਏ ਆਪਣਾ ਜੀਵਨ ਸੁਖਾਲਾ ਲੰਘਾ ਸਕਦੇ। ਪਰ ਜਾਣਦਿਆਂ ਹੋਇਆਂ ਅਵੇਸਲੇ ਇੰਨੇ ਹੋ ਗਏ ਵੀ ਸਬਰ ਜ਼ਿੰਦਗੀ 'ਚ ਆਇਆ ਹੀ ਨਹੀਂ, ਅਜੇ ਵੀ ਬੇਸਬਰੇ ਹੋ ਕੇ ਭੱਜੇ ਫਿਰਦੇ ਆ। ਰਹਿਣਾ ਤੇ ਇੱਕੋ ਘਰ 'ਚ ਹੀ ਹੈ ਨਾ। ਜਿਹੜਾ ਮਕਾਨ ਬਣਾ ਲਿਆ ਉਸ ਘਰ 'ਚ ਰਹਿਣਾ। ਹੋ ਸਕਦਾ ਪੁੱਤਰਾਂ ਧੀਆਂ ਵਿੱਚ ਵੰਡੀਆਂ ਪੈ ਜਾਣ, 2-3 ਘਰ, ਪਰ ਸੱਜਣਾ ਤੂੰ ਤੇ ਇੱਕੋ 'ਚ ਹੀ ਰਹਿਣਾ ਨਾ। ਤੇ ਜਿੰਨੀ ਜ਼ਮੀਨ ਤੂੰ ਬਣਾਈ ਫਿਰਦਾ, ਕਿੰਨੀ ਕੁ ਲੈ ਜਾਏਗਾ ਨਾਲ? ਖਾਣੀ ਤੇ 2 ਵਕਤ ਦੀ ਰੋਟੀ ਹੈ। ਤੂੰ ਲੱਖਾਂ ਕਰੋੜਾਂ ਅਰਬਾਂ ਧਨ ਜੋੜ ਲਵੇਂ, 1 ਰੁਪਈਆ ਤੇਰੇ ਨਾਲ ਨਹੀਂ ਜਾਣਾ। ਤੇ ਜੋੜ ਕੇ ਕਰਨਾ ਕੀ? ਪਤਾ ਸਾਰਿਆਂ ਨੂੰ ਹੀ ਹੈ, ਪਰ ਅਵੇਸਲੇ ਕਿੰਨੇ ਅਸੀਂ ਫਿਰ ਵੀ ਜੋੜਨ ਤੇ ਲੱਕ ਬੰਨੇ ਆ। ਅਜੇ ਵੀ ਜੋੜੀ ਜਾਂਦੇ ਆ, ਅਜੇ ਵੀ ਆਸ ਲਾ ਕੇ ਬੈਠੇ ਕਿ ਬੈਂਕ ਬੈਲੈਂਸ ਵੀ ਵੱਧ ਜਾਏ, ਜੇਬ ਵਿਚਲਾ ਰੁਪਈਆ ਵੀ ਵੱਧ ਜਾਏ, ਘਰ ਵਿੱਚ ਪਏ ਧਨ ਉਹ ਵੀ ਵੱਧ ਜਾਏ, ਮੇਰੀ ਜ਼ਮੀਨ ਉਹ ਵੀ ਵੱਧ ਜਾਏ। ਆਸ ਕਿੱਡੀ ਲਾ ਕੇ ਬੈਠਾ ਇਨਸਾਨ, ਅਵੇਸਲਾ ਕਿੱਡਾ ਹੈ। ਮਾਲਕ ਕਹਿੰਦੇ ਇਹ ਜਿੰਨਾ ਕੁਛ ਜੋੜੀ ਜਾਣਾ ਨਾ, ਇਹ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਇੱਕ ਵੀ ਵਸਤੂ ਨਹੀਂ ਜਿਹੜੀ ਅਖੀਰ ਤੇਰੇ ਸਾਥ ਜਾ ਸਕਦੀ ਹੋਵੇ, ਸਿਵਾਏ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਤੋਂ। ਕਿਉਂਕਿ ਬਾਕੀ ਸਾਰੀਆਂ ਵਸਤੂਆਂ ਜਦੋਂ ਤੈਨੂੰ ਸਾਹਾਂ ਦੀ ਲੋੜ ਸੀ ਨਾ, ਤੇਰੇ ਸਾਹਾਂ ਨੇ ਵੀ ਸਾਥ ਛੱਡ ਦੇਣਾ। ਤੈਨੂੰ ਸਾਕ ਸੰਬੰਧੀਆਂ ਦੀ ਲੋੜ ਪਈ, ਉਹ ਵੀ ਸਾਥ ਛੱਡ ਗਏ। ਤੇ ਜਿੱਦਣ ਤੇਰੇ ਪ੍ਰਾਣ ਵੀ ਸਾਥ ਛੱਡ ਕੇ, ਤੇਰੇ ਸਾਕ ਸੰਬੰਧੀ ਵੀ ਸਾਥ ਛੱਡ ਗਏ, ਉਦਣ ਇੱਕ ਰੱਬੀ ਚਿੰਤਨ ਹੈ ਜਿਹੜਾ ਤੇਰੇ ਸਰੀਰ ਦੇ ਸੜ ਜਾਣ ਤੋਂ ਬਾਅਦ ਚ ਵੀ ਤੇਰਾ ਸਾਥ ਨਾਲ ਦੇ ਰਿਹਾ, ਤੇ ਹਰ ਜਗ੍ਹਾ ਉੱਤੇ ਤੇਰਾ ਸਾਥੀ ਬਣ ਕੇ ਖੜੋਤਾ। ਮਾਲਕ ਕਹਿੰਦੇ ਜਿੰਨਾ ਮੋਹ ਪਾਸਾਰਾ ਪਸਰਿਆ, ਇਹਨਾਂ ਚੋਂ ਇੱਕ ਵੀ ਵਸਤੂ ਨਹੀਂ ਜਿਹੜੀ ਸਾਥ ਜਾਣੀ ਹੋਵੇ। ਬਿਨ ਹਰ ਸ਼ਾਂਤ ਨਾ ਆਵਈ, ਕਿਸ ਆਗੇ ਕਰੀ ਪੁਕਾਰ। ਵੱਡ ਭਾਗੀ ਸਤਿਗੁਰ ਪਾਇਆ, ਬੁਝਿਆ ਬ੍ਰਹਮ ਵਿਚਾਰ। ਫਿਰ ਕਹਿੰਦੇ ਹੁਣ ਜੇ ਸਕੂਨ ਚਾਹੁੰਨਾ ਤੇ ਫਿਰ ਇਹ ਕੰਮ ਕਰ, ਬਿਨ ਹਰ ਸ਼ਾਂਤ ਨਾ ਆਵਈ। ਜਿਹੜੀ ਸ਼ਾਂਤੀ ਸਕੂਨ ਹੈ ਉਹ ਰੱਬੀ ਯਾਦ ਤੋਂ ਬਿਨਾ ਨਹੀਂ। ਕਿਸ ਆਗੇ ਕਰੀ ਪੁਕਾਰ, ਜਿਹਦੇ ਅੱਗੇ ਮਰਜੀ ਜਾ ਕੇ ਪੁਕਾਰ ਕਰਦਾ ਰਹਿ, ਕਿਉਂਕਿ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਜਿੰਨਾ ਕੁਛ ਮਰਜੀ ਯਤਨ ਕੋਸ਼ਿਸ਼ ਕਰਦਾ ਰਹਿ, ਤੇਰੀ ਪੁਕਾਰ ਤੱਕ ਵੀ ਸੁਣੀ ਨਹੀਂ ਜਾਣੀ ਜੇ ਤੇਰੇ ਕੋਲ ਰੱਬੀ ਚਿੰਤਨ
ਨਾ ਹੋਇਆ। ਮਾਲਕ ਕਹਿੰਦੇ ਸਕੂਨ ਉਦਣ ਆਏਗਾ ਜਿੱਦਣ ਹਰੀ ਪ੍ਰਮਾਤਮਾ ਦਾ ਚਿੰਤਨ ਤੇਰੇ ਕੋਲ ਹੋਏਗਾ। ਵੱਡ ਭਾਗੀ ਸਤਿਗੁਰ ਪਾਇਆ, ਚੰਗੇ ਭਾਗਾਂ ਦੇ ਸਦਕਾ ਗੁਰੂ ਦਾ ਮਿਲਾਪ ਹੋਇਆ। ਬੂਝਿਆ ਬ੍ਰਹਮ ਵਿਚਾਰ, ਐਸੀ ਜਿਹੜੀ ਬ੍ਰਹਮ ਦੀ ਵਿਚਾਰ ਹੈ ਉਹਨੂੰ ਸਮਝ ਲਿਆ। ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰ ਤਾਰ। ਫਿਰ ਅਖੀਰੀ ਪੰਕਤੀ ਚ ਆ ਕੇ ਕਹਿੰਦੇ ਵੀ ਤਿਸ਼ਨਾ ਅਗਨ ਸਭ ਬੁੱਝ ਗਈ। ਜਿਸ ਅੱਗ ਵਿੱਚ ਸਾਰੀ ਲੋਕਾਈ ਸੜ ਰਹੀ ਸੀ, ਕਹਿੰਦੇ ਉਹ ਬੁੱਝ ਗਈ। ਪਰ ਬੁੱਝੀ ਕਦੋਂ? ਜਨ ਨਾਨਕ ਹਰ ਉਰ ਧਾਰ, ਜਦੋਂ ਕਹਿੰਦੇ ਹਿਰਦੇ ਚ ਹਰੀ ਪ੍ਰਮਾਤਮਾ ਦੀ ਯਾਦ ਨੂੰ ਧਾਰ ਲਿਆ, ਉਦੋਂ ਅੱਗ ਬੁੱਝ ਗਈ ਜਿਸ ਅੱਗ ਚ ਸਾਰੀ ਲੋਕਾਈ ਸੜ ਰਹੀ ਸੀ। ਜਿਹਨੂੰ ਭਗਤ ਫਰੀਦ ਸਾਹਿਬ ਕਹਿੰਦੇ ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਜੀ ਭਾ। ਸਾਈਂ ਮੇਰਾ ਚੰਗਾ ਕੀਤਾ, ਨਾਹੀਂ ਤਾਂ ਹਮ ਪੀ ਦੱਝਾਂ ਆਹੇ। ਵੀ ਦੁਨੀਆ ਅੱਗ ਚ ਸੜ ਰਹੀ ਹੈ, ਪਰ ਇੱਕ ਮੇਰਾ ਮਾਲਕ ਹੈ ਜਿਹਨੇ ਮੇਰੇ ਤੇ ਪਰ ਉਪਕਾਰ ਕੀਤਾ ਤੇ ਮੈਨੂੰ ਬਚਾ ਲਿਆ, ਨਹੀਂ ਤੇ ਮੈਂ ਵੀ ਉਸੇ ਅੱਗ ਚ ਸੜ ਜਾਣਾ ਸੀ। ਤ੍ਰਿਸ਼ਨਾ ਦੀ ਅੱਗ ਉਦੋਂ ਬੁੱਝ ਗਈ ਜਦੋਂ ਹਰੀ ਪ੍ਰਮਾਤਮਾ ਦਾ ਚਿੰਤਨ ਹਿਰਦੇ 'ਚ ਵਸਾ ਲਿਆ, ਯਾਦ ਹਿਰਦੇ 'ਚ ਟਿਕਾ ਲਈ। ਕਿਉਂਕਿ ਇੱਕ ਪਰਮੇਸ਼ਵਰ ਦਾ ਨਾਮ ਹੀ ਹੈ ਜਿਹੜਾ ਸਾਡੀਆਂ ਲਾਲਸਾਵਾਂ ਤੇ ਆਸਾਵਾਂ ਨੂੰ ਪੂਰੀਆਂ ਕਰਦਾ। ਜਿੱਥੇ ਆ ਕੇ ਮਨੁੱਖ ਦਾ ਮਨ ਸਕੂਨ ਵਿੱਚ ਟਿਕ ਜਾਂਦਾ ਤੇ ਸਾਰੀਆਂ ਲਾਲਸਾਵਾਂ ਮੁੱਕ ਜਾਂਦੀਆਂ। ਗੁਰੂ ਕਿਰਪਾ ਕਰੇ ਕਿਤੇ ਝੋਲੀਆਂ ਅੱਡ ਕੇ ਸਾਨੂੰ ਵੀ ਰੱਬੀ ਚਿੰਤਨ ਮੰਗਣ ਦੀ ਜਾਚ ਆ ਜਾਏ ਤੇ ਉਹਦੀ ਯਾਦ ਸਾਡੇ ਹਿਰਦਿਆਂ 'ਚ ਵਸ ਜਾਏ, ਤਾਂ ਜੋ ਅਸੀਂ ਵੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਤੋਂ ਬਚ ਜਾਈਏ ਤੇ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰੂ ਅੱਗੇ ਹਰ ਵਕਤ ਅਰਦਾਸ ਕਰਦੇ ਰਿਹਾ ਕਰੋ। ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਸੰਗਤ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ, ਜੋ ਮੌਸਮ ਦੀ ਤਬਦੀਲੀ ਦੇ ਅਨੁਸਾਰ ਸੰਧਿਆ ਵੇਲੇ ਦੇ ਦੀਵਾਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਜੋ ਸੰਧਿਆ ਵੇਲੇ ਦੇ ਦੀਵਾਨ ਸਜਣਗੇ ਉਹਨਾਂ ਦੇ ਵਿੱਚ ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਜਾਪ 27 ਤਰੀਕ ਦਿਨ ਮੰਗਲਵਾਰ ਤੋਂ ਸ਼ਾਮੀ 6:15 ਤੋਂ ਲੈ ਕੇ 6:50 ਤੱਕ ਸੋਦਰ ਬਾਣੀ ਦੇ ਜਾਪ ਹੋਣਗੇ। ਉਪਰੰਤ 6:50 ਤੋਂ 8 ਵਜੇ ਤੱਕ ਆਰਤੀ ਕੀਰਤਨ ਹੋਵੇਗਾ। ਉਪਰੰਤ 8 ਤੋਂ 9 ਵਜੇ ਤੱਕ ਜੋ ਗੁਰ ਇਤਿਹਾਸ ਦੀਆਂ ਵਿਚਾਰਾਂ, ਫਿਰ 9 ਵਜੇ ਤੋਂ ਲੈ ਕੇ 9:45 ਤੱਕ ਸ਼ਬਦ ਕੀਰਤਨ, ਉਪਰੰਤ ਸਮਾਪਤੀ। ਜੋ ਸਮੇਂ ਦੀ ਤਬਦੀਲੀ ਹੈ ਉਹਨੂੰ ਆਪ ਸੰਗਤਾਂ ਨੋਟ ਕਰੋ।
6:15 ਤੋਂ ਲੈ ਕੇ 6:50 ਤੱਕ ਸੋਦਰ ਬਾਣੀ ਦੇ ਜਾਪ, ਉਪਰੰਤ 6:50 ਤੋਂ 8 ਵਜੇ ਤੱਕ ਆਰਤੀ ਕੀਰਤਨ ਤੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰ ਇਤਿਹਾਸ ਦੀਆਂ ਵਿਚਾਰਾਂ ਤੇ 9 ਵਜੇ ਤੋਂ ਲੈ ਕੇ 9:45 ਤੱਕ ਸ਼ਬਦ ਕੀਰਤਨ, ਉਪਰੰਤ ਸਮਾਪਤੀ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਅੱਜ ਦੇ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਵਡ ਭਾਗੀ ਸਤਿਗੁਰ ਪਾਇਆ, ਬੁੱਝਿਆ ਬ੍ਰਹਮ ਵਿਚਾਰ। ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।